कुछ संस्थावां होंदियां ने अगे 9वीं सीट 88 ਜਿਹੜੀ ਸੰਸਥਾ ਸੀਗੀ NGO ਉਹਨਾਂ ਨੇ ਡੈਸਕ ਦਿੱਤੇ ਸੀਗੇ ਉਹ ਬੱਚੇ ਜਿਹੜੇ ਆ ਉਹਨਾਂ ਨੂੰ ਭੁੰਜੇ ਬੈਠਣ ਤੋਂ ਛੁਟਕਾਰਾ ਮਿਲਿਆ ਤੇ ਡੈਸਕਾਂ ਦੇ ਵਿੱਚ ਉੱਪਰ ਬੈਠ ਕੇ ਪੜ੍ਹਾਈ ਕਰ ਰਹੇ ਇੱਦਾਂ ਦੇ ਹੀ NGO ਜਿਹੜੇ ਸਮੇਂ ਤੇ ਸਕੂਲਾਂ ਦੇ ਉੱਤੇ ਹੱਥ ਰੱਖਦੇ ਨੇ ਇਹ ਅਨਮੋਲ ਪਾਤਰਾ ਜੀ ਦਾ NGO ਤੁਹਾਡੀ ਹੈਲਪ ਕਰਨ ਲਈ ਅੱਗੇ ਆਇਆ ਹੈ मैं इन्होंने अनमोल जी ने रिक्वेस्ट करेंगे कि वो बच्चों को 2 मिनट संबोधित कर सर कहते 2 मिनट सहयोग करेंगे घंटे की गल सत श्री अकाल जी सारिਆਂ ਨੂੰ मेरी आवाज क्लियर आ रही है आपको पूरी वो एंड तक इधरों भी जेडे मुंडे आ मुर्गे बन के बैठे चौंकड़ी मार के बैठो शाबाश कोई नहीं कपड़े गंदे होंदे लोगों दी अंदर रूहां गंदियां जड़ियां साफ ही नहीं हो सकदियां तुहाडे तो फिर कपड़े गंदे होने आ जिहदी अंदरों नीयत खराब हो जाए या गंदी हो जाए वो साफ हो सकती है कपड़े तो साफ हो सकदे तो तुसीं उहनां नालों तां लख चंगे हो जिन्हां दे कपड़े साफ है नीयतां गंदियां उहनां नालों चंगे ना तो मेरी खास मुंडियां भरावां नूं बेनती है कि जिन्नी भी देर मैं तुहाडे कोल हैगा मेरी गल्लां जरूर ध्यान नाल सुणनी इधरों मेरियां बीवियां नूं भी बेनती है भैणों मतलब एक ही जगह दिस इज काइंड ऑफ फनी थिंग है भैणों मैं कोई हासे वाली गल करती मैं क्या भैन नूं हੱਸਣ ਲੱਗ गई भैन नोट चंगा नहीं लग्या मैम बोलो हेलो मैम क्या बोलूं बताओ मैं की बोला दसो भैन ठीक सी फिर हੱਸਣ क्यों लग गया पहली बार किसी मुंडे ने किया भैन फिर नहीं बहुत घट सुनने को मिलता ना स्कूल ਦੇ ਵਿੱਚ ਤੁਹਾਡੇ ਸਕੂਲ ਦੀ ਗੱਲ ਹੀ ਕਰ ਲਈ ਜਦੋਂ 4 ਮੁੰਡੇ ਗਰੁੱਪ ਦੇ ਵਿੱਚ ਖੜੇ ਹੋਣ ਤਾਂ ਇੱਕ ਦੀਦੀ ਜਾ ਕੇ ਮੇਰੀ ਉਹਨਾਂ ਨੂੰ ਕਹੇ ਕਿ ਵੀਰੇ ਪੈਨ ਹੈਗਾ ਤਾਂ 3 ਮੁੰਡੇ ਹੱਸ ਕੇ ਕੀ ਕਹਿੰਦੇ ਉਹ ਤੈਨੂੰ ਭਰਾ ਬਣਾ ਲਿਆ ਉਹਨੇ ਉਹ ਜਾ ਤੈਨੂੰ ਭੈਣ ਬਣਾ ਲਿਆ ਕਹਿੰਦੇ ਕਿ ਨਹੀਂ ਕਹਿੰਦੇ ਤਾਂ ਹਾਸਾ ਆ ਗਿਆ ਨਾ ਤੁਹਾਨੂੰ ਆਪਣੀ ਨੀਤਾਂ ਹੀ ਇੰਨੀਆਂ ਸਾਫ਼ ਆ ਆਪਾਂ ਦੁਨੀਆ 'ਚ ਇੰਨੀ ਤਰੱਕੀ ਕਰ ਚੁੱਕੇ ਆ ਕਿ ਆਪਾਂ ਨੂੰ ਇੱਕ ਭੈਣ ਭਰਾ ਦਾ ਰਿਸ਼ਤਾ ਛੋਟਾ ਲੱਗਦਾ ਪਰ ਜੇ ਫਰੈਂਡ ਦਾ ਰਿਸ਼ਤਾ ਜ਼ਿਆਦਾ ਵੱਡਾ ਲੱਗਦਾ ਤੁਸੀਂ ਆਪਣੇ ਭਰਾ ਨੂੰ ਕਿੰਨਾ ਪਿਆਰ ਕਰਦੇ ਹੋ ਜਿਹੜਾ ਘਰ ਹੈਗਾ ਕਰਦੇ ਹੋ ਕਿ ਨਹੀਂ ਕਰਦੇ ਵੀਰੇ ਉਹ ਤਾਂ ਸਾਡੇ ਜੁੰਡੇ ਪੜ ਦਿੰਦਾ ਵਾਲ ਵੂਲ ਤਾਂ ਨਹੀਂ ਖਿੱਚਦਾ ਭਰਾ ਲੜਾਈ ਲੂਈ ਤਾਂ ਨਹੀਂ ਹੁੰਦੀ ਕਦੀ ਕਦੀ ਹੋ ਜਾਂਦੀ ਵੀਰੇ ਡਾਂਗ ਖੜਕ ਪੈਂਦੀ ਕਦੀ ਰੋਟੀ ਪਿੱਛੇ ਲੜ ਪਈ ਕਦੀ ਉਹ ਮੈਨੂੰ ਪਾਣੀ ਦਾ ਗਲਾਸ ਕਹਿ ਦਿੰਦਾ ਉਹ ਮੈਂ ਦਿੰਦੀ ਤੇ ਉਹ ਫਿਰ ਮੇਰੀ ਚੋਟੀ ਫੜ ਲੈਂਦਾ ਕਿ ਨਹੀਂ ਭੈਣੋ ਨਹੀਂ ਅੱਛਾ ਮੈਂ ਮਤਲਬ ਹਿੰਦੀ 'ਚ ਕੰਫਰਟੇਬਲ ਹੋ ਕਿ ਪੰਜਾਬੀ 'ਚ ਪੰਜਾਬੀ ਸਮਝ ਆਉਂਦੀ ਸਾਰਿਆਂ ਨੂੰ ਬਾ ਫਿਰ ਆਪਸ 'ਚ ਨਹੀਂ ਕਿਸੇ ਨੇ ਗੱਲ ਕਰਨੀ ਠੀਕ ਹੈ ਜੇ ਦਿਲ 'ਚ ਕੋਈ ਸਵਾਲ ਹੈ ਤਾਂ ਮੈਨੂੰ ਪੁੱਛ ਲੈਣਾ ਕਿ ਵੀਰੇ ਸਾਡੇ ਦਿਲ ਦੇ ਵਿੱਚ ਆਹ ਗੱਲ ਹੈ ਸਾਨੂੰ ਜਵਾਬ ਚਾਹੀਦਾ ਠੀਕ ਹੈ ਕੁਝ ਵੀ ਪੁੱਛਣਾ ਹੋਵੇ ਮੇਰੇ ਤੋਂ ਤੁਸੀਂ ਹੱਥ ਖੜਾ ਕਰਕੇ ਪੁੱਛ ਸਕਦੇ ਹੋ ਦਿਲ 'ਚ ਕੋਈ ਗੱਲ ਹੋਵੇ ਕੋਈ ਡਾਊਟ ਹੋਵੇ ਜਿਵੇਂ ਕਿਸੇ ਨੂੰ ਬੋਲ ਕਰ ਰਿਹਾ ਹੋਊਗਾ ਕਿ ਵੀਰੇ ਟਾਈਮ ਖਰਾਬ ਕਰ ਰਿਹਾ ਯਾਰ ਤੂੰ ਜਾ ਆਪਣਾ ਕੰਮ ਕਰ ਤੇ ਤੁਸੀਂ ਉੱਠ ਕੇ ਕਲਾਸ 'ਚ ਵੀ ਆ ਸਕਦੇ ਹੋ ਤੁਹਾਨੂੰ ਕੋਈ ਰੋਕੂਗਾ ਪੜ੍ਹਾਈ ਦੀ ਗੱਲ ਮੈਂ ਕੋਈ ਨਹੀਂ ਕਰੂੰਗਾ ਤੁਹਾਡੇ ਨਾਲ ਨਾ ਮੈਂ ਕੋਈ ਕਾਲਜ ਨੂੰ ਪ੍ਰਮੋਟ ਕਰਨਾ ਹੈ ਕਿ ਐਂਡ ਦੇ ਵਿੱਚ ਕਹੂੰਗਾ ਜੀ ਪਲੀਜ਼ ਮੇਰੇ ਕਾਲਜ ਦੇ ਵਿੱਚ ਐਡਮਿਸ਼ਨ ਲਓ ਤੁਹਾਡੀ ਲੋੜ ਹੈ ਮੈਨੂੰ ਮੈਂ ਇੱਦਾਂ ਦਾ ਕੁਛ ਨਹੀਂ ਕਰਨਾ ਆਇਆ ਸਿਰਫ ਤੁਹਾਨੂੰ ਮਿਲਣਾ ਹੈ ਤੇ ਇੱਕ ਜੋ ਭਰਾ ਹੋਣ ਦਾ ਫਰਜ਼ ਹੁੰਦਾ ਇੱਕ ਵੱਡਾ ਭਰਾ ਹੁੰਦਾ ਨਾ ਘਰੇ ਉਹਦਾ ਇੱਕ ਫਰਜ਼ ਹੁੰਦਾ ਉਹ ਨਿਭਾਉਣਾ ਹੈ ਅੱਛਾ ਮੇਲੇ ਤੇ ਕੌਣ ਕੌਣ ਗਿਆ ਜਿਹੜਾ ਦੁਸ਼ਹਿਰੇ ਦੇ ਕੋਲ ਮੇਲਾ ਲੱਗਦਾ ਕਦੀ ਜ਼ਿੰਦਗੀ ਦੇ ਵਿੱਚ ਆਪਣੀ ਗਏ ਹੋ ਉੱਥੇ ਛੋਟੇ ਹੁੰਦੇ ਜਾਂ ਇਸ ਸਾਲ ਜਾਂ ਪਿਛਲੇ ਸਾਲ ਜਾਂ ਕਦੀ ਵੀ ਗਏ ਹੋ ਕਦੋਂ ਗਏ ਸੀ हाथ खड़ा करो कौन कौन गया आपस नहीं बोलना देखो जो बोलना है मैं चलूंगा कि नाल दे नु पूछ के दसना तू गई सी मेरे तेरे गई सी चल मैं गई एक ही गल अपना दसो तुसी नाल दे नु पूछना कौन कौन गया मेले दे जेड़े विच हाथ खड़ा नहीं कर रहे उन्होंने इदां किता सीधी तरह दसो कौन कौन गया नहीं तुसी नहीं गए मेले दे हाथ खड़ा ही नहीं करके छोटा जान ही है सवेरे सवेरे
ਗਏ ਹੋ ਮੇਲੇ ਤੇ ਸਾਰੇ, ਚਲੋ ਤੁਸੀਂ ਸਾਰੇ ਮੇਲੇ ਤੇ ਗਏ ਹੋ, ਉਹਨੂੰ ਫਿਰ ਵੀ ਪਛਾਣਿਆ ਨਹੀਂ ਕਿ ਵੀਰੇ ਤੂੰ ਸਰਕਸ ਦੇ ਵਿੱਚ ਜੋਕਰ ਸੀ ਜਿਹੜਾ ਤੁਹਾਨੂੰ ਪਛਾਣਦਾ ਨਹੀਂ ਪਛਾਣਿਆ। ਮੇਲੇ ਦੇ ਵਿੱਚ ਨਾ ਛੋਟੇ ਹੁੰਦੇ ਸਾਰੇ ਗਏ ਸੀ ਤੇ ਤੁਸੀਂ ਮੇਰਾ ਹੱਥ ਫੜਿਆ ਹੋਇਆ ਸੀਗਾ ਤੇ ਮੇਲੇ ਦੇ ਵਿੱਚ ਭੀੜ ਕਰਕੇ ਨਾ ਮੇਰਾ ਹੱਥ ਛੁੱਟ ਗਿਆ ਤਾਂ ਮੈਂ ਲੱਗ ਹੋ ਗਿਆ ਸੀ ਤੁਹਾਡੇ ਕੋਲ ਅੱਜ ਫਿਰ 22 ਸਾਲਾਂ ਬਾਅਦ ਤੁਹਾਨੂੰ ਮਿਲ ਗਿਆ। ਫਿਲਮਾਂ ਵਿੱਚ ਹੁੰਦਾ ਨਾ ਤਾਂ ਇਹ ਸੱਚੀ ਜ਼ਿੰਦਗੀ ਦੇ ਵਿੱਚ ਇਦਾਂ ਹੋ ਰਿਹਾ, ਭਾਵੇਂ ਘਰ ਜਾ ਕੇ ਪੁੱਛ ਲਿਓ ਆਪਣੇ, ਇਹ ਮੇਲੇ ਦੇ ਵਿੱਚ ਸਾਡਾ ਭਰਾ ਗਵਾਚ ਗਿਆ ਸੀ ਨਾ, ਸਾਨੂੰ ਲੱਭ ਗਿਆ ਸੀ ਕਿ ਤੁਸੀਂ ਤਾਂ ਦੱਸਿਆ ਨਹੀਂ ਸਾਨੂੰ ਪਤਾ ਲੱਗ ਗਿਆ। ਠੀਕ ਹੈ ਤਾਂ ਮੈਨੂੰ ਭਰਾ ਹੀ ਸਮਝਣਾ ਆਪਣਾ। ਕਈ ਗੱਲਾਂ ਐਸੀਆਂ ਹੋਣਗੀਆਂ ਜਿਹੜੇ ਤੁਹਾਡੇ ਮਾਪੇ ਤੁਹਾਡੇ ਨਾਲ ਨਹੀਂ ਕਰਦੇ ਜਾਂ ਨਹੀਂ ਕਰ ਸਕਦੇ, ਉਹ ਸਮਝਦੇ ਤੁਸੀਂ ਬੱਚੇ ਹੋ, ਤੁਹਾਡੇ ਟੀਚਰ ਤੁਹਾਡੇ ਨਾਲ ਉਹ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਉਹ ਸਮਝਦੇ ਤੁਸੀਂ ਬੱਚੇ ਹੋ, ਪਰ ਮੈਨੂੰ ਪਤਾ ਤੁਸੀਂ ਕਿੰਨੇ ਕੁ ਬੱਚੇ ਹੋ। WhatsApp ਚਲਾਉਣਾ ਕਿਹਨੂੰ ਕਿਹਨੂੰ ਆਉਂਦਾ? WhatsApp ਫੋਨ ਤੇ WhatsApp ਨਾਮ ਦੀ ਬਿਮਾਰੀ ਹੈ, ਉਹ ਕਿਹਨੂੰ ਕਿਹਨੂੰ ਆਉਂਦੀ ਚਲਾਉਣੀ? ਲੋ 99% ਸਾਰਿਆਂ ਨੂੰ ਆਉਂਦੀ ਹੈ। ਕੋਈ ਵਿਚਾਰਾ ਇੱਕ ਗਾਂ ਪੁੱਤਰ ਬੈਠਾ ਹੋਊਗਾ ਜਿਹਨੂੰ ਨਹੀਂ ਆਉਂਦੀ। ਬੋਲੋ ਨਾ ਪਲੀਜ਼, ਆਪਸ ਚ ਨਾ ਬੋਲੋ, ਮੇਰੀ ਉਨੀ એનર્ਜੀ ਫਾਲਤੂ ਲੱਗੂਗੀ, ਉਨੀ ਗੱਲਾਂ ਜ਼ਿਆਦਾ ਬੋਲੂਗਾ। ਇਸ ਤੋਂ ਵਧੀਆ ਕਿ ਆਪਸ ਚ ਗੱਲਾਂ ਕਰਨ ਦੀ ਬਜਾਏ ਤੁਸੀਂ ਮੇਰੇ ਨਾਲ ਗੱਲਾਂ ਕਰੋ। ਬਾਈ ਪਲੀਜ਼ ਨਾ ਬੋਲੋ, ਉਹ ਹੋਮਵਰਕ ਬਾਅਦ ਚ ਕਰ ਲਈ ਭਰਾ, ਬਾਈ ਮੈਂ ਤੁਹਾਡੇ ਨਹੀਂ ਆਇਆ ਆ ਤੂੰ ਇਹ ਪੜ੍ਹਾਈ ਨਹੀਂ, ਮੈਂ ਵੀ ਪੜ੍ਹਾਈ ਪੂਰਾ ਸੂਰੇ ਸੀ, ਜਿਹੜੇ ਪੂਰੇ ਸੂਰੇ ਹੁੰਦੇ ਨੇ ਉਹੀ ਕੁਛ ਕਰਦੇ, ਜ਼ਿਆਦਾ ਪੜ੍ਹਾ ਪੂਰੇ ਹੁੰਦੇ। ठीक है, समझ आ रही है हिंदी बात करो क्या? ये पेन क्यों खा रहे हो? तुम्हें खाना नहीं खाया हैं? हसण वाली केड़ी गल है, ध्यान नाल सुनो, कुछ बताओ। नहीं करी जंदे हो, खाना नहीं खाया तुम्हें, फिर पेन क्यों खा रहे हो? कौन सी मैप पे काम कर रहे हो? पंजाबी दाढ़ी वगैरह बनानी पक्का है ना, जुत्ती पलेट डंडे डर होना चाहिए था, बाद कर ली मैं कह दूंगा कि मैंने कोई नहीं किया। अब केड़ी गल सी WhatsApp चलाना किन्नी आंदा है? सारे आंदा है। अच्छा किन्नियां दी मम्मी नूं WhatsApp चलाना आंदा है? तुहाडे दे विचों किन्नियां दी मम्मी नूं WhatsApp चलाना आंदा है? मैसेज भेज के डिलीट करना किन्नू आंदा? मैसेज सेंड करके डिलीट करना, जिद्दां ਆਪਾਂ डिलीट कर दिंदे आ मैसेज, किन्नू आंदा? और सिखदियां हो कि नाल दी मैनूं सिखा किद्दां डिलीट करना, बड़ा सिखा सिखदे हो आपस च ना बोलो। 10वीं वाले मुंडे कित्थे बैठे हैं भाई? छोटे ਨੂੰ ਆਪਾਂ क्लास भेज दिए ते नहीं मन लगा बैठना कि सिर दे उत्तों जा रही गल्लां, सिर दे उत्तों नहीं जा रही बेटे ध्यान नाल, नो टॉकिंग एट ऑल। ਵੱਡੇ ਬੱਚਿਆਂ ਨੂੰ ਬੇਨਤੀ ਹੈ 10ਵੀਂ ਵਾਲਿਆਂ ਨੂੰ ਤੁਸੀਂ ਥੋੜਾ ਗੌਰ ਕਰਿਓ, ਗੱਲਾਂ ਤੁਹਾਡੇ ਮਤਲਬ ਦੀਆਂ ਪਰ ਤੁਹਾਨੂੰ ਪਸੰਦ ਨਹੀਂ ਆਣੀਆਂ। ਪਸੰਦ ਤਾਂ ਨਹੀਂ ਆਣੀਆਂ ਕਿਉਂਕਿ ਤੁਹਾਡੇ ਮਤਲਬ ਦੀ ਹੈਗੀ ਪਰ ਸੱਚਾਈ ਜ਼ਿਆਦਾ, ਤਾਂ ਜਿਹੜੀ ਚੀਜ਼ ਦੇ ਵਿੱਚ ਸੱਚਾਈ ਜ਼ਿਆਦਾ ਹੁੰਦੀ ਹੈ ਉਹ ਹਜ਼ਮ ਨਹੀਂ ਹੁੰਦੀ। ਤਾਂ ਕੋਸ਼ਿਸ਼ ਕਰਿਓ ਕਿ ਤੁਸੀਂ ਭਾਵੇਂ ਮੈਨੂੰ ਪਸੰਦ ਨਾ ਕਰਿਓ, ਮੇਰੇ ਵਾਲਾਂ ਬਾਰੇ ਬੋਲੋ ਕਹੋ ਯਾਰ ਕੀ ਫੋਕਰਾ ਜਾਂ ਬੋਲੀ ਜਾਂਦਾ, ਪਰ ਜਿਹੜੀਆਂ ਗੱਲਾਂ ਨੂੰ ਉਹਨੂੰ ਇਕੱਲੇ ਬਹਿ ਕੇ ਸੋਚਿਓ ਜ਼ਰੂਰ ਕਿ ਯਾਰ ਚਲੋ ਜੋ ਵੀ ਹੈ, ਜਿਹੜਾ ਬੰਦਾ ਗੱਲਾਂ ਕਹਿ ਕੇ ਗਿਆ ਉਹਦੇ ਤੇ ਕੁਝ ਤਾਂ ਸੋਚਣਾ ਪੈਣਾ। ਠੀਕ ਹੈ, ਅੱਛਾ ਮੈਂ ਦੱਸੂਗਾ ਕਿ ਕਿਆ ਆ ਜਿਹੜਾ ਹਫਤਾ ਚੱਲ ਰਿਹਾ ਕਾਹਦਾ ਹਫਤਾ ਚੱਲ ਰਿਹਾ? ਕਾਹਦਾ ਹਫਤਾ? ਇੱਕ ਬੱਚਾ ਖੜਾ ਉਹ ਦੱਸੋ ਮੈਨੂੰ ਕਾਹਦਾ ਹਫਤਾ ਚੱਲ ਰਿਹਾ? मेरा भरा दसो, दस पता था खड़े हो शाबाश, ਤੁਹਾਡੇ ਤੋਂ ਪੂਰੀ ਉਮੀਦ ਹੈ। ਇੱਕ ਭੀੜ ਦੇ ਵਿੱਚ ਜਦੋਂ ਇੱਕ ਸਿੰਘ ਖੜਾ ਹੋਵੇ ਨਾ, ਇੱਕ ਸਿੰਘ ਪੂਰੀ ਭੀੜ ਖੜੀ ਹੈ, ਇੱਕ ਸਿੰਘ ਖੜਾ ਤਾਂ ਦੂਰੋਂ ਪਛਾਣਿਆ ਜਾਂਦਾ, ਤਾਂ ਤੁਸੀਂ ਗੁਰੂ ਦੇ ਸਿੰਘ ਹੋ, ਮੰਨਦੇ ਹੋ? ਗੁਰੂ ਦੇ ਸਿੰਘ ਹੈ ਨਾ? ਦੱਸੋ ਆਪਾਂ ਹਫਤਾ ਕੀ ਮਨਾ ਰਹੇ ਹਾਂ, ਕੀ ਮਨਾ ਰਹੇ ਹਾਂ, ਕਿਉਂ ਮਨਾ ਰਹੇ ਹਾਂ? ਕਿਹੜਾ ਹਫਤਾ ਬੇਟੇ? ਆਪਸ ਚ ਗੱਲਾਂ ਨਹੀਂ ਕਰਨੀਆਂ, ਮੈਂ ਗੱਲਾਂ ਕਰਨ ਵਾਸਤੇ ਖੜਾ। ਹਾਂਜੀ ਸ਼ਹੀਦੀ ਹਫਤਾ, ਕਿਹਦੀ ਸ਼ਹੀਦੀ? ਹੋ ਜਾ ਖੜਾ ਵੀਰੇ। ਹਾਂਜੀ ਦੱਸੋ ਉਹਨਾਂ ਦੀ ਸ਼ਹੀਦੀ ਬਾਰੇ, ਕਿਉਂ ਤੁਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹੋ? ਹੱਸਣਾ ਨਹੀਂ ਹੈ, ਤੁਹਾਡੇ ਨਾਲੋਂ ਤਾਂ 100 ਗੁਣਾ ਚੰਗਾ ਉਹ ਖੜਾ ਹੋ ਕੇ ਦਮ ਦਾ ਰੱਖਿਆ ਨੇ ਬੋਲਣ ਦਾ। ਅਸੀਂ ਤਾਂ ਸਿਰਫ ਸਾਨੂੰ ਆਦਤ ਪਈ ਹੋਈ ਹੈ ਛੋਟੇ ਹੁੰਦੇ ਤੋਂ ਹੀ ਕਿਸੇ ਦੀ ਲੱਤਾਂ ਖਿੱਚਣ ਦੀ,
ਕਬੱਡੀ ਸਾਡੀ ਮਾਂ ਖੇਡ, ਪਤਾ ਕਿਉਂ? ਕਬੱਡੀ ਸਾਡੀ ਮਾਂ ਖੇਡ ਹੈ ਨਾ, ਫੇਵਰੇਟ ਆ ਸਾਡੀ ਪੰਜਾਬੀਆਂ ਦੀ। ਉਹ ਕਿਉਂ? ਕਿਉਂਕਿ ਸਾਨੂੰ ਪੰਜਾਬੀਆਂ ਦੇ ਇੱਕ ਦੂਜੇ ਲੱਤਾਂ ਖਿੱਚਣ 'ਚ ਮਜ਼ਾ ਆਉਂਦਾ, ਤਾਂ ਫੇਵਰੇਟ। ਕਿ ਜਿਹੜੇ ਇੱਕ ਬੰਦਾ ਖੜਾ ਹੋਇਆ ਉਹਨੂੰ ਹੱਲਾਸ਼ੇਰੀ ਤਾਂ ਕੀ ਦੇਣੀ ਕਿ ਬਾਈ ਤੇਰੇ ਨਾਲ ਆ, ਤੂੰ ਟੈਨਸ਼ਨ ਨਾ ਲੈ, ਉਹਨੂੰ ਹੱਸ-ਹੱਸ ਕੇ ਵਿਚਾਰੇ ਨੂੰ ਥੱਲੇ ਖਿੱਚ ਲਓ, ਕਿਉਂਕਿ ਨਾ ਆਪ ਕੁਛ ਕਰਨਾ ਨਾ ਕਿਸੇ ਨੂੰ ਕੁਛ ਕਰਨ ਦੇਣਾ। ਹਾਂਜੀ ਵੀਰੇ ਦੱਸੋ, ਆਪਾਂ ਸ਼ਹੀਦੀ ਹਫ਼ਤਾ ਕਿਉਂ ਮਨਾ ਰਹੇ ਹਾਂ? ਕੀ ਨਾਮ ਸੀ ਚਾਰ ਸਾਹਿਬਜ਼ਾਦਿਆਂ ਦਾ? ਇਹ ਤਾਂ ਤਿੰਨ ਹੋਏ ਸੀ, ਤੁਸੀਂ ਚੌਥਾ ਰਿਪੀਟ ਕਰਨਾ। ਵੱਡੇ ਦੋ ਸਾਹਿਬਜ਼ਾਦਿਆਂ ਦਾ ਕੀ ਨਾਮ ਸੀ? बेटा तू चार साल का नाम नहीं पता? और किन्हें को पता चार साल का नाम? हाथ खड़ा करो। ਇੱਧਰ ਪਤਾ ਭਾਜੀ। ਭੈਣਾਂ ਵਾਲਾ ਤਾਂ ਭੈਣਾਂ ਤਾਂ ਹੈ ਹੀ ਹੁਸ਼ਿਆਰ, ਇਹ ਗੱਲ ਹੈ, ਇਹਨਾਂ ਨੂੰ ਪੁੱਛ ਲਈ। ਹਾਂਜੀ ਤੁਸੀਂ ਦੱਸੋ। ਹਾਂਜੀ ਬੇਟੇ ਕਿਹਨੂੰ ਪਤਾ? ਕੀ ਬਾਤ ਹੈ, ਹੋਰ ਕਿਹਨੂੰ ਪਤਾ? ਇਹਨਾਂ ਬੱਚਿਆਂ ਨੂੰ ਕਿਸੇ ਨੂੰ ਨਹੀਂ ਪਤਾ। ਉਹ ਅੱਜ ਜਿਹੜੀ ਸਵੇਰੇ ਗੱਲ ਚੱਲ ਰਹੀ ਸੀ ਗੁਰਚਰਨ ਮੈਡਮ ਨੇ ਅੱਧਾ ਘੰਟਾ ਲਾਇਆ। ਅੱਜ ਸਵੇਰੇ ਵਾਲੀ ਗੱਲਾਂ ਹੀ ਨਹੀਂ ਯਾਦ। ਹੋਰ ਕਿਸੇ ਨੂੰ? ਕਾਹਦੇ ਬਾਰੇ ਗੱਲ ਕੀਤੀ ਸੀ ਸਵੇਰੇ? ਬਈ ਆਪਾਂ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ? ਸ਼ਹੀਦੀ ਮਹੀਨਾ ਹੈ। ਸ਼ਹੀਦ ਕਿੱਦਾਂ ਹੋਏ ਸੀ? ਹਾਂਜੀ ਦੁਨੀਆ ਨੂੰ ਪਤਾ ਹੈਗਾ। ਹੱਥ ਖੜਾ ਕਰੋ, ਫਿਰ ਬੋਲੋ। ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਉਹ ਕਿੱਦਾਂ ਸ਼ਹੀਦ ਹੋਏ ਸੀ? ਸਰਹੰਦ ਦੇ ਕੀ ਕੀਤਾ ਸੀ? ਠੰਡੇ ਬੁਰਜ ਤਾਂ ਉਹਨਾਂ ਨੂੰ, ਤੇ ਮਾਤਾ ਗੁਜਰੀ ਵੀ ਨਾਲ ਸੀ ਉਹਨਾਂ ਦੇ। ਕੁਛ ਪਤਾ ਉਹਨਾਂ ਦੀ ਹਿਸਟਰੀ ਬਾਰੇ, ਕੀ ਗੱਲਾਂ ਹੋਈਆਂ ਸੀ ਉਹਨਾਂ ਦੀਆਂ? ਮਾਤਾ ਗੁਜਰੀ ਜੀ ਕੀ ਲੱਗਦੇ ਸੀ ਉਹਨਾਂ ਦੇ? ਦਾਦੀ ਬੈਠੋ। ਹਾਂਜੀ ਭੈਣੇ। ਹਾਂਜੀ ਆਜਾ ਬੇਟੇ ਦੱਸ। ਕੀ ਹੋਇਆ ਸੀ? ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਤੋਂ ਸਿੱਖਿਆ ਕੀ ਆਪਾਂ? ਸਾਡੇ ਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ? ਕਿਹਦੇ ਲਈ ਕੀਤਾ? ਜੇ ਆਪਣੇ ਜੀ ਸਿੱਖ ਧਰਮ ਲਈ, ਜੀ ਉਹਨੂੰ ਜੀ ਹੋਰ ਉੱਚਾ ਚੁੱਕਣ ਦੇ ਲਈ। ਉਹਨਾਂ ਨੇ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੋਰ ਲੋਕਾਂ ਦੇ? ਉਹਨਾਂ ਨੇ ਪੰਡਤਾਂ ਦੀ ਵੀ ਕੁਛ ਕੀਤਾ ਸੀ, ਇਕੱਲੇ ਸਿੱਖਾਂ ਦੀ ਨਹੀਂ ਕੁਛ ਕੀਤਾ ਸੀ, ਉਹਨਾਂ ਨੇ ਹਿੰਦੂਆਂ ਦੀ ਵੀ ਕੁਛ ਕੀਤਾ ਸੀ। ਪੰਡਤਾਂ ਦੀ ਵੀ ਜੀ ਉਹਨਾਂ ਦੀ ਆਪਣੇ ਧਰਮ ਨੂੰ ਜੀ ਉੱਚਾ ਚੱਕੋ ਤੇ ਕਿਸੇ ਤੋਂ ਡਰੋ ਨਾ ਜੀ। ਜਦੋਂ ਕਸ਼ਮੀਰ ਦੇ ਪੰਡਤ ਸਾਰੇ ਪਰੇਸ਼ਾਨ ਹੋ ਗਏ, ਪਤਾ ਤੁਹਾਨੂੰ ਸਟੋਰੀ ਨਹੀਂ ਪਤਾ? ਤੁਹਾਨੂੰ ਪਤਾ ਕੀ ਸਟੋਰੀ ਸੀ? ਜੀ ਕਸ਼ਮੀਰ ਦੇ ਪੰਡਿਤ ਜੀ ਪਰੇਸ਼ਾਨ ਹੋ ਗਏ ਸੀ ਜੀ ਮੁਗਲਾਂ ਤੋਂ, ਜੀ ਉਹ ਜੀ ਗੁਰੂ ਤੇਗ ਬਹਾਦਰ ਜੀ ਕੋਲ ਗਏ ਸੀਗੇ ਕਿ ਉਹਨਾਂ ਨੇ ਆਪਣੀ ਸਾਰੀ ਕਥਾ ਸੁਣਾਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਜੀ ਤੁਹਾਡੇ ਤੋਂ ਵੱਡਾ ਬਲੀਦਾਨ ਕੋਈ ਹੋ ਹੀ ਨਹੀਂ ਸਕਦਾ, ਤੁਸੀਂ ਆਪਣਾ ਬਲੀਦਾਨ ਦੇ ਦਿਓ। ਉਹਨਾਂ ਨੇ ਆਪਣਾ ਬਲੀਦਾਨ ਪੰਡਤਾਂ ਵਾਸਤੇ ਦੇ ਦਿੱਤਾ। ਉਹਨਾਂ ਨੇ ਨਹੀਂ ਕਿਹਾ ਸੀ ਕਿ ਸਾਡੇ ਧਰਮ ਦੇ ਵਿੱਚ ਉਹਨਾਂ ਨੇ ਜਿਹੜਾ ਸੰਦੇਸ਼ ਫੈਲਾਇਆ, ਸਾਡੇ ਗੁਰੂਆਂ ਨੇ ਇਹ ਸੰਦੇਸ਼ ਫੈਲਾਇਆ ਸੀ ਕਿ ਸਾਰਿਆਂ ਨੂੰ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ। ਛੋਟੇ ਸਾਹਿਬਜ਼ਾਦਿਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਕੌਮ ਲਈ, ਆਪਣੀ ਆਉਣ ਵਾਲੀ ਪੀੜ੍ਹੀ ਦੀ ਸ਼ਹੀਦੀ ਦੇ ਦਿੱਤੀ। ਅੱਜ ਮੈਂ ਖੜਾ ਸੀ ਤੁਹਾਡੇ ਬੱਚਿਆਂ ਦੇ ਕੋਲ, ਬੈਠੋ, ਮੇਰੇ ਕੋਲ ਮੁੰਡੇ ਖੜੇ ਸੀ ਚਾਰ ਪੰਜ, ਮੈਂ ਵੈਸੇ ਗੱਲਾਂ ਕਰ ਰਿਹਾ ਸੀਗਾ ਤੇ ਉਹਨਾਂ ਦੇ ਨਾਲ ਜੋ ਗੱਲਾਂ ਬਾਤਾਂ ਦਾ ਤਰੀਕਾ ਸੀ, ਜੋ ਗੱਲਬਾਤ ਕੀਤੀ, ਮੈਨੂੰ ਕਿਤੇ ਵੀ ਤੁਹਾਡੇ ਬੱਚਿਆਂ ਦੇ ਪਹਿਲਾਂ ਇਹ ਨਹੀਂ ਨਜ਼ਰ ਆ ਰਿਹਾ ਕਿ ਤੁਸੀਂ ਕਿਹੜਾ ਵੱਡੀਆਂ ਹੋ ਰਹੀਆਂ ਹੋ, ਮੇਰੇ ਭਰਾ ਵੱਡੇ ਹੋ ਰਹੇ ਹੋ। ਤੁਹਾਡੇ ਸਕੂਲ ਬੜੇ ਨੂੰ 100 ਸਾਲ ਹੋ ਗਏ ਹੋਣੇ, ਜਾਂ 60 ਸਾਲ ਹੋਏ ਹੋਣੇ, 70 ਸਾਲ ਹੋਏ ਹੋਣੇ, ਇੰਨੇ ਸਾਲ ਹੋ ਗਏ ਤੁਹਾਡੇ ਸਕੂਲ ਬੜੇ ਨੂੰ। ਕੋਈ ਬੱਚਾ ਇੱਥੋਂ ਪੜ੍ਹ ਲੈ ਕੇ ਗਿਆ ਜਿਹਨੇ ਸੋਚਿਆ ਹੋਵੇ ਕਿ ਮੈਂ ਜਦੋਂ ਵੱਡਾ ਹੋ ਜਾਊਗਾ ਮੈਂ ਕਮਾਉਣ ਲੱਗ ਜਾਊਗਾ, ਮੈਂ ਆਪਣੇ ਸਕੂਲ ਦਾ ਨਕਸ਼ਾ ਸੁਧਾਰ ਲਊਗਾ? ਸੋਚਿਆ ਕਿਸੇ ਨੇ? ਨਾ, ਕਿਉਂਕਿ ਆਪਣਾ ਕੰਮ ਬੰਦਾ ਪੜ੍ਹਨੇ ਦਾ ਜਨਤਾ, ਸਿੰਪਲ ਰੂਲ ਆਫ ਲਾਈਫ, ਸਾਨੂੰ ਕੁਛ ਨਹੀਂ ਲੈਣਾ ਦੇਣਾ ਜਨਤਾ ਤੋਂ। ਮੁੰਡਿਆਂ ਨੇ ਕਦੀ ਸੋਚਿਆ ਯਾਰ ਅਸੀਂ ਕੁਛ ਪੜ੍ਹ ਲਿਖ ਜਾਈਏ?
ਬਸ ਇੱਕ ਅਸੀਂ ਰੱਟ ਫੜੀ ਹੋਈ ਹੈ ਯਾਰ ਬਾਈ ਅਸੀਂ ਤਾਂ ਗਰੀਬ ਆ ਯਾਰ, ਸਾਡੇ ਡੈਡੀ ਵਿਚਾਰੇ ਗਰੀਬ ਆ, ਹੁਣ ਤੋਂ ਗਰੀਬ ਹੈ ਗਰੀਬ ਹੈ ਗਰੀਬ ਹੈ। If you are born in a poor family, it's not your fault. If you will die in poor family, it's your fault. ਇਹਨੂੰ ਪੰਜਾਬੀ ਕਹਿੰਦੇ ਜੇ ਅਸੀਂ ਗਰੀਬ ਘਰ ਦੇ ਵਿੱਚ ਜਨਮ ਲੈਂਦੇ ਹਾਂ ਤਾਂ ਸਾਡਾ ਕਸੂਰ ਨਹੀਂ ਹੈ, ਪਰ ਜੇ ਗਰੀਬ ਘਰ ਦੇ ਵਿੱਚ ਮਰਦੇ ਹਾਂ ਤਾਂ ਸਾਡਾ ਕਸੂਰ ਹੈ। ਸਹੀ ਗੱਲ ਹੈ। ਤਾਂ ਮੇਰੀਆਂ ਭੈਣਾਂ ਨੂੰ ਪੁੱਛਣਾ ਕੀ ਕਹਿਣਾ ਸੀ ਕੀ ਜੋੜ ਲਾ ਰਿਹਾ ਆਪਣੀ ਜ਼ਿੰਦਗੀ 'ਚ ਹੋਰ ਸਕਸੈਸਫੁਲ ਹੋਣ ਲਈ। ਉਧਰ ਤੱਕ ਜਾਣਾ ਭੈਣੋ ਇੱਕ ਗੱਲ ਪੁੱਛਾਂ ਮੈਂ ਤੁਹਾਨੂੰ, ਕੁੜੀਆਂ ਦੇ ਵਿੱਚ ਸੁਸਾਇਟੀ ਦੇ ਵਿੱਚ ਕੁੜੀਆਂ ਨੂੰ ਅੱਖਾਂ 'ਚ ਮਾਰਿਆ ਜਾ ਰਿਹਾ, ਮਾਰਿਆ ਜਾ ਰਿਹਾ ਕਿ ਨਹੀਂ ਮਾਰਿਆ ਜਾ ਰਿਹਾ? ਕੌਣ ਕੁੜੀ ਮੰਗਦੀ ਹੈ ਜਿਹਦੇ ਮਾਰਿਆ ਜਾ ਰਿਹਾ? ਕੁੜੀਆਂ ਨੂੰ ਅੱਜ ਵੀ ਪਿੱਛੇ ਰੱਖਿਆ ਜਾਂਦਾ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ। ਕੁੜੀਆਂ ਨੂੰ ਅੱਖਾਂ 'ਚ ਮਾਰਿਆ ਜਾ ਰਿਹਾ ਕਿ ਨਹੀਂ ਜਾ ਰਿਹਾ? ਹਜੇ ਮਾਰਿਆ ਜਾ ਰਿਹਾ। ਮੈਂ ਦੁਆ ਤੁਹਾਡੇ ਨਾਲ ਆ, मैं कोई सुनी सुनाई गल नहीं करूँगा कि मैं बाहर में पढ़ लिया बेटी बचाओ बेटी पढ़ाओ बड़ा सुनते आ रहे हैं बेटी को बचा लो। मैं अपनी अखों देखा रोज देख रहा मेरे नाला कि बेटी जमण से खुशी नहीं करते और मुंडा जमण से मैं भंगड़े पाते जिन्हें पता नहीं रब ही आ गया हो घरे। रोज होता मेरे नाल, मेरा काम ऐसा है कि रोज मेरे मत्थे कोई ना कोई ऐसा पता लग जाता जिसको पता लगता है कि यार ये मतलब की जिंदगी सक्सेसफुल करो। अच्छा भैनों कुड़ियां नूं अखां 'च क्यों मारा जाता? पहला कारण की है? मेरी बीवी खड़ी होकर दसो शाबाश। ਦੱਸੋ ਬੇਟੇ ਤੁਸੀਂ ਹੁਣ ਥੱਲੇ ਨਾ ਕਰੋ ਗਰਦਨ, ਦੱਸੋ ਜੋ ਵੀ ਪਤਾ ਬੋਲ ਬੇਟੇ। ਹਾਂ ਕੁੜੀ ਠੀਕ ਹੈਗੀ ਹੈ, ਬੋਲ ਪੁੱਤਰ ਖੜੀ ਹੋ ਕੇ ਬੋਲ। ਮੇਰੀ ਕੁੜੀ ਦਾ ਹੀ ਚਾਹਤੇ ਕਹਿੰਦੇ ਨੇ ਮੇਰੀ ਕੁੜੀ ਦਾ ਹੀ ਬਹੁਤ ਬੋਲਦੀ ਹੈ। ਆ ਕੁੜੀ ਬੋਲੂਗੀ ਜੀ। ਹਾਂਜੀ ਬੇਟਾ ਜੀ ਕੁੜੀਆਂ ਨੂੰ ਇਸ ਲਈ ਮਾਰਿਆ ਜਾ ਰਿਹਾ ਕਿਉਂਕਿ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਆ ਉਹ ਕਹਿੰਦੇ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ, ਅਸੀਂ ਸ਼ਾਦੀ ਨਹੀਂ ਕਰ ਸਕਦੇ ਹੈਗੇ ਜਾਇਦਾਦ ਲਈ। ਇਹ ਸ਼ਾਰਟ ਵਰਡਸ ਆ ਗਿਆ ਜੀ ਛੋਟੀ ਭਾਸ਼ਾ ਦੇ ਵਿੱਚ ਦੇਖੀ। ਅੱਛਾ ਬੇਟਾ ਸਕੂਲ ਵਿੱਚ ਕਿੰਨੀਆਂ ਟੀਚਰਸ ਨੇ ਬੇਟਾ? ਟੋਟਲ ਟੀਚਰ ਕਿੰਨੇ ਨੇ? 26 ਵਿੱਚੋਂ ਸਰ ਕਿੰਨੇ ਆ? 26 ਦੇ ਵਿੱਚੋਂ 4 ਸਰ ਆ। ਮੈਡਮਾਂ ਕਿੰਨੀਆਂ ਨੇ? 5 ਸਰ। ਮੈਡਮਾਂ ਕਿੰਨੀਆਂ ਨੇ? 26 ਦੇ ਵਿੱਚੋਂ 5 ਨੇ। ਮੈਥ ਟੀਚਰ ਕਿਹੜਾ ਤੁਹਾਡਾ? 26 ਦੇ ਵਿੱਚੋਂ ਕਿੰਨੇ 5 ਟੀਚਰ ਦੇ ਕਿੰਨੇ ਰਹੇ? 21 ਪੱਕਾ? ਫਿਰ ਸੋਚ ਲਓ 21 ਮੈਡਮਾਂ ਤੁਹਾਡੇ ਸਕੂਲ ਦੇ ਵਿੱਚ। ਜਦੋਂ ਇਹ ਵੀ ਕਿਸੇ ਦੇ ਘਰ ਜਨਮ ਲਿੱਤਾ ਹੋਊਗਾ ਇਹਨਾਂ ਨੇ, ਜਦੋਂ ਇਹਨਾਂ ਨੇ ਪੜ੍ਹ ਲਿਖ ਕੇ ਸਟੇਜ ਤੇ ਪਹੁੰਚ ਗਏ, ਇੱਕ ਸਕੂਲ ਦੇ ਵਿੱਚ ਲੱਗ ਗਏ, ਤੁਹਾਨੂੰ ਪੜ੍ਹਾਉਣ ਲੱਗ ਗਏ, ਵਧੀਆ ਕਮਾਉਣ ਲੱਗ ਗਏ, ਇਹਨਾਂ ਦੇ ਮਾਂ ਬਾਪ ਨੂੰ ਟੈਨਸ਼ਨ ਹੋਈ ਹੋਈ ਦੇ। ਤਾਂ ਜੇ ਮੇਰੀਆਂ ਸਾਰੀਆਂ ਭੈਣਾਂ ਇੱਥੇ ਬੈਠੀਆਂ ਕਮਾਉਣ ਲੱਗ ਗਈਆਂ, ਆਪਣਾ ਵਧੀਆ ਜੌਬ ਤੇ ਲੱਗ ਗਈਆਂ, ਸਭ ਕੁਝ ਵਧੀਆ ਜ਼ਿੰਦਗੀ ਵਿੱਚ ਸਕਸੈਸਫੁਲ ਕਰ ਲੈਣ, ਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਫਿਰ ਟੈਨਸ਼ਨ ਹੋਊਗੀ ਦਹੇਜ ਦੀ? ਤੁਹਾਡੇ ਮਾਂ ਬਾਪ ਨੂੰ ਟੈਨਸ਼ਨ होगी करते हैं केड़ी दीदी मर्जी होगी अगर हम अपना कमाने लग जाए और हमें भी दहेज की कोई टेंशन नहीं होगी, फिर हमारे माँ बाप भी खुशी से जिंदगी जी। ये साढ़े खास मेहमान आए हैं, इन्होंने वाली इंट्रोडक्शन दे देने। ये भाजी आए हैं स्पेन तो, अमेरिका का नाम है, दुबई का नाम है, नाली भाई आया ਤੁਹਾਡੇ ਬਾਹਰੋਂ ਸਪੈਸ਼ਲ ਸਪੇਨ ਤੋਂ। ਤੇ ਪੰਜਾਬੀ ਬੋਲਦਾ ਤਾਂ ਭਾਈ ਪੰਜਾਬੀ ਪੂਰਾ ਮਤਲਬ ਤੁਸੀਂ ਗੋਲੇ ਸੁਣੇ ਇਹ ਮੁੰਡਾ ਬਾਹਰ ਸਕੂਲਾਂ 'ਚ ਪੜ੍ਹ ਕੇ ਆਇਆ। ਇਹਦੇ ਪਾਪਾ ਨੂੰ ਇੰਡੀਆ ਲੈ ਕੇ ਆਏ ਆ ਕਿ ਜਦ ਤੈਨੂੰ ਆਪਣੇ ਜਿੱਥੇ ਮੈਂ ਪੜ੍ਹਿਆ ਮੈਂ ਤੈਨੂੰ ਦਿਖਾਵਾਂ ਜਾ ਕੇ ਮੈਂ ਕਿੱਥੇ ਪੜ੍ਹਿਆ। ਠੀਕ ਹੈ ਇੱਥੇ ਹੀ ਸਾਡੇ ਕੋਲ ਕਾਲਜ ਨਾਲ ਵੀ 2 ਗੱਲਾਂ ਸੁਣਾਵਾਂਗੇ ਅਸੀਂ ਤੇ ਨਾਲ ਉਹ ਵੀ ਦੇਖਣਗੇ ਕਿ that is so that is the life you are living from your dad and you are so blessed। ਇਹਨੂੰ ਸਮਝ ਆਉਗੀ ਕਿ ਕੀ ਕਰਨਾ ਹੈ ਤੇ ਕੀ ਦੇਖਣਾ ਹੈ, ਬੱਚੇ ਕੀ ਕਰ ਰਹੇ ਨੇ, ਮੇਰੇ ਫਾਦਰ ਕੀ ਚੀਜ਼ ਹੈ। ਕਿਉਂਕਿ ਸਾਨੂੰ ਇਹਨਾਂ ਨੇ ਮਾਪੇ ਨਾਲ ਗਿਲੇ ਜਿਹੇ ਰਹਿੰਦੇ ਨਾ, ਮੇਰੇ ਪਾਪਾ ਨੇ ਮੈਨੂੰ ਆਹ ਨਹੀਂ ਲੈ ਕੇ ਦਿੱਤਾ, ਮੇਰੀ ਮੰਮੀ ਨੇ ਮੈਨੂੰ ਆਹ ਨਹੀਂ ਲੈ ਕੇ ਦਿੱਤਾ, ਪਰ ਇਹ ਨਹੀਂ ਦੇਖਿਆ ਕਿ ਦੁਨੀਆ ਦੇ ਵਿੱਚ ਹੋਰ ਵੀ ਬੱਚੇ ਆ ਉਹਨਾਂ ਨਾਲ ਕਿੰਨੇ ਉੱਪਰ ਆਏ। ਬੈਠੋ ਯਸ ਆਪਾਂ ਕਿਹੜੀ ਗੱਲ ਕਰੀਏ? ਅੱਛਾ ਪਹਿਲਾਂ ਸਾਰੀ ਦੁਨੀਆ ਬਹਿ ਗਿਆ ਕੋਈ ਨੌਕਰੀ ਕਰ ਲੈ, ਕੋਈ ਡਾਕਟਰ ਬਣ ਜਾਵੇ, ਨਰਸ ਬਣ ਜਾਵੇ, ਤੂੰ ਆ ਕਰ ਕੋਈ ਟੀਚਰ ਬਣ ਜਾਵੇ, ਤਾਂ ਕਹਿੰਦੇ ਟੈਨਸ਼ਨ ਨਹੀਂ ਹੋਊਗੀ।
ਇੱਕ ਲਾਈਵ ਐਗਜ਼ਾਮਪਲ ਹੈ, ਤੁਹਾਡੇ ਸਕੂਲ ਦੇ ਵਿੱਚ 26 ਟੀਚਰਸ ਹੈ, ਵਿੱਚੋਂ 5 ਸਰ ਹੈ, 21 ਫੀਮੇਲ ਟੀਚਰ, ਠੀਕ ਹੈ। ਤਾਂ ਜੇ ਇਹੀ ਮੈਡਮ ਨਾ ਹੁੰਦੀਆਂ, ਇਹਨਾਂ ਦੇ ਮਾਂ ਸੋਚਦੇ ਕਿ ਨਹੀਂ ਕੁੜੀ ਨੂੰ ਨਹੀਂ ਜਾਣਾ ਦੁਨੀਆ ਦੇ ਵਿੱਚ, ਤੇ ਅੱਜ ਤੁਹਾਡੇ ਟੀਚਰਾਂ ਦੇ ਥਾਂ ਤੁਹਾਨੂੰ ਕੌਣ ਪੜ੍ਹਾਉਂਦਾ ਹੁੰਦਾ? ਪੇੜ ਕਿ ਗੱਡੀਆਂ ਕਿ ਦੀਵਾਰ? ਕੌਣ ਪੜ੍ਹਾਉਂਦਾ? ਮਤਲਬ ਇੱਕ ਗੱਲ ਤਾਂ ਬਾਕੀ ਹੈ ਕਿ ਲੋਕਾਂ ਨੂੰ ਚਾਹੀਦੀਆਂ ਨਹੀਂ ਹੈਗੀਆਂ ਕੁੜੀਆਂ, ਮਜਬੂਰ ਹੈ। ਹੁਣ ਜਦੋਂ ਮੁੰਡੇ ਵਾਲੇ ਕਹਿੰਦੇ ਨਾ ਕਿ ਸਾਡੇ ਘਰ ਕੁੜੀ ਹੋ ਗਈ, ਤਾਂ ਫਿਰ ਉਹ ਆਪਣੇ ਮੁੰਡੇ ਵਾਸਤੇ ਜਦੋਂ ਵਿਆਹ ਕਰਨਗੇ ਫਿਰ ਮੁੰਡਾ ਲੱਭਣਗੇ ਕਿ ਕੁੜੀ ਲੱਭਣਗੇ? ਜਿਹੜੇ ਮੁੰਡੇ ਸੋਚਦੇ ਕਿ ਕੁੜੀਆਂ ਘੱਟ ਹੈ, ਜਾਂ ਜਿਹੜੇ ਮਾਂ-ਬਾਪ ਸੋਚਦੇ ਆ ਕਿ ਕੁੜੀਆਂ ਘੱਟ ਹੈ, ਕੱਲ ਉਹਨਾਂ ਨੇ ਆਪਣੇ ਮੁੰਡੇ ਦਾ ਵਿਆਹ ਕਰਨਾ, ਉਹਦੇ ਵਾਸਤੇ ਫਿਰ ਮੁੰਡੇ ਲੱਭਣਗੇ, ਕੁੜੀ ਦੀ ਤਾਂ ਲੋੜ ਨਹੀਂ। ਕਿਉਂ ਵੀ ਮੁੰਡੇ ਕਈ ਮਾਂ-ਬਾਪ ਹੁੰਦੇ ਆ ਜਿਹੜੇ ਨਹੀਂ ਮਤਲਬ ਸਮਝਦੇ, ਕੁੜੀਆਂ ਨੂੰ ਘੱਟ ਸਮਝਦੇ ਆ, ਫਿਰ ਉਹ ਮਾਂ-ਬਾਪ ਆਪਣੇ ਮੁੰਡੇ ਦਾ ਵਿਆਹ ਕਿਹਦੇ ਨਾਲ ਕਰਨਗੇ? ਮੁੰਡੇ ਨਾਲ ਹੀ ਕਰਨਗੇ, ਹਨਾ? ਕਹਿੰਦੇ ਠੀਕ ਹੈ। ਅੱਛਾ ਮੈਡਮ, ਦੂਜਾ ਕਾਰਨ ਕੀ ਜਿਹਦੇ ਕਰਕੇ ਕੁੜੀਆਂ ਨੂੰ ਭੁੱਖਾ ਮਾਰਿਆ ਜਾਂਦਾ? ਦੂਜਾ ਕਾਰਨ ਕੀ ਹੈ? ਮੈਨੂੰ ਪਤਾ ਤੁਸੀਂ ਬਹੁਤ ਸਮਝਦਾਰ ਹੋ, ਪਤਾ ਨਹੀਂ ਬੋਲਣੋਂ ਕਿਉਂ ਡਰਦੇ ਹੋ। ਇਹ ਭੁੱਲ ਜਾਓ ਕਿ ਤੁਹਾਡੇ ਸਾਹਮਣੇ ਟੀਚਰ ਬੈਠੇ ਆ ਤੁਹਾਡੇ, ਜਾਂ ਤੁਹਾਨੂੰ ਟੀਚਰ ਤੁਹਾਡੇ ਦੇਖ ਰਹੇ, ਤੁਹਾਡੇ ਸਵਾਲ ਨੂੰ ਕੋਈ ਵੀ ਰੋਕੂਗਾ ਨਹੀਂ। ਅੱਧੇ ਘੰਟੇ ਲਈ ਭੁੱਲ ਜਾਓ ਕਿ ਤੁਸੀਂ ਆਪਣੇ ਸਕੂਲ ਦੇ ਵਿੱਚ ਇੱਕ ਗੈਸਟ ਲੈਕਚਰ ਸੁਣਨਾ। ਤੁਹਾਨੂੰ ਮੰਨਦੇ ਕਿ ਅਸੀਂ ਤੁਹਾਡਾ ਭਰਾ ਹੈ, ਜੋ ਦਿਲ 'ਚ ਗੱਲ ਹੈ ਕਿ ਦੱਸ ਦਿਓ, ਔਰ ਪਤਾ ਨਹੀਂ ਕਿ ਸੱਚ ਹੈ। ਮੈਂ ਦੁਬਾਰਾ ਨਹੀਂ ਆ ਪਾਉਂਗਾ ਸਕੂਲ 'ਚ ਕਦੀ, ਕਿਉਂਕਿ ਹੁਣ ਤੱਕ ਮੈਡਮ ਮੇਰੀ ਜ਼ਿੰਦਗੀ ਦਾ ਸਫ਼ਰ ਇੰਨਾ ਕੁ ਛੋਟਾ ਹੈ। ਮੈਂ ਅੱਜ ਤੱਕ ਜਿੰਨੇ ਸਕੂਲਾਂ ਦੇ ਵਿੱਚ ਗਿਆ, ਮੈਂ ਦੂਜੀ ਵਾਰੀ ਦੁਬਾਰਾ ਕਿਸੇ ਸਕੂਲ 'ਚ ਨਹੀਂ ਗਿਆ, ਕਿਉਂਕਿ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਸਫ਼ਰ ਮੇਰਾ ਛੋਟਾ ਹੈ ਤੇ ਸਕੂਲ ਜ਼ਿਆਦਾ। ਤਾਂ ਮੈਂ ਜਿੰਨੇ ਆਪਣੇ ਜੀਂਦੇ ਜੀ ਸਫ਼ਰ ਪੂਰੇ ਕਰ ਸਕਦਾ ਮੈਂ ਉਨੇ ਹੀ ਕਰੂੰਗਾ, ਹੋਰ ਨਹੀਂ ਕਰ ਸਕਦਾ, ਠੀਕ ਹੈ। ਦੂਜਾ ਕਾਰਨ ਕੀ ਜਿਹਦੇ ਕਰਕੇ ਕੁੜੀਆਂ ਨੂੰ ਭੁੱਖਾ ਮਾਰਿਆ ਜਾਂਦਾ? ਹਾਂਜੀ, ਸਿਰ ਨੀਵਾਂ ਕਰਨ ਦੇ ਮੁੰਡੇ ਵੀ ਤਾਂ ਸਿਰ ਨੀਵਾਂ ਕਰਦੇ ਆ, ਇਹ ਘੱਟ ਗੰਦ ਪਾਉਂਦੇ ਆ। ਆ ਦੇਖੋ ਅਸੀਂ ਬਾਹਰ ਦਾ ਸਟਾਈਲ ਦੇਖੋ, ਜਦੋਂ ਕਿਸੇ ਨੇ ਆਪਣੇ ਪਾਪ ਬਣਾਇਆ, ਕਿਹੜੀ ਕੁੜੀ ਨੇ ਪਾਪ ਬਣਾਇਆ? ਪਾਪ ਕਿਹਨੇ ਬਣਾਇਆ? ਇੱਕ ਵੀ ਗਰਮੀ ਪਾਪ ਲੱਗ ਜੂਗੀ ਕਿੱਥੇ? ਇੱਕ ਵੀ ਲੱਭਦੀ ਨਹੀਂ ਮੈਨੂੰ ਪਾਪ ਵਾਲੀ। ਬਾਬਾ ਸ਼ਾਬਾ ਆਖੜਾ ਕਰੋ ਪਾਪ ਵਾਲੀ, ਪਾਪ ਵਾਲੀ ਪਾਪਾ ਕੋਈ ਵੀ ਨਹੀਂ। ਹੁਣ ਜੇ ਮੈਂ ਮੁੰਡੇ ਨਾਲ ਗੱਲ ਕਰਾਂ ਕਿ ਹਾਂ ਵੀ ਕਿਹੜੇ ਵਾਲਾ ਦਾ ਕਬੂਤਰ ਬਣਾਇਆ ਕਿੰਨੇ ਲਾਉਂਦੇ ਨੇ ਗੱਲ ਕੌਣ ਪਾਉਂਦਾ ਹੈ? ਇਹ ਤਾਂ ਪਾਉਂਦਾ ਸਹੀ ਹੈ ਨਾ? ਅੱਛਾ ਕਿਉਂ ਕੀ ਕਰਦੇ ਹੋ? ਸਿਰ ਨਹੀਂ ਵਾਲੀ ਕਿਸ ਚੀਜ਼ ਵਿੱਚ ਕਰਦੇ ਆ ਕੋਈ? ਹਾਂਜੀ ਦੇਖੋ, ਡਰਨਾ ਨਹੀਂ, ਸੱਚਾਈ ਹੈ ਸਮਾਜ ਦੀ। ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਮੈਂ ਤੁਹਾਡੇ ਮਾਂ-ਬਾਪ ਨਾਲ ਸਾਰੀ ਗੱਲਾਂ ਨਹੀਂ ਕਰਨੀ, ਨਾ ਤੁਹਾਡੇ ਟੀਚਰ ਕਰਨੇ, ਨਾ ਤੁਹਾਡੇ ਘਰ ਦੇ ਵਿੱਚ ਬੈਠਾ ਸਾਡਾ ਬਾਹਰ ਹੋਊਗਾ। ਸਾਡੇ ਵੀ 6 ਤੋਂ ਲੈ ਕੇ 10 ਤੱਕ ਹੁੰਦੇ ਆ, ਇੱਕ ਕਲਾਸ ਦੇ ਨੋਮੋ ਸ਼ਾਇਦ 8 ਤੋਂ ਲੈ ਕੇ 8 ਤੱਕ। ਸਿਰ ਨਹੀਂ ਵਾਲੀ ਕਿਸ ਚੀਜ਼ ਬੇਟਾ ਮੈਨੂੰ ਸੋਚ ਪੈਦਾ ਹੁੰਦੀ ਹੈ। ਬੱਚਾ ਸੋਚ ਲੈ ਕੇ ਨਹੀਂ ਲੱਗਦਾ, ਉਹ ਦੁਨੀਆ ਦੇ ਵਿੱਚ ਆਉਂਦਾ ਹੈ। ਇੱਕ ਛੋਟਾ ਬੱਚਾ ਦੁਨੀਆ ਦੇ ਵਿੱਚ ਆਉਂਦਾ ਹੈ, ਇੱਕ ਛੋਟਾ ਬੱਚਾ ਦੇਖਿਆ ਸਭ ਛੋਟਾ ਬੱਚਾ ਜਦੋਂ ਵੱਡਾ ਹੋ ਜਾਂਦਾ, ਉਹਦੀ ਮਾਂ ਨੂੰ ਸਿਖਾਉਂਦੀ ਕਿ ਆਹ ਤੇਰਾ ਡੈਡੀ ਹੈ, ਆਹ ਤੇਰੀ ਮੰਮੀ ਹੈ, ਆਹ ਤੇਰਾ ਦਾਦੂ, ਆਹ ਤੇਰੀ ਦਾਦੀ ਹੈ। ਜੇ ਉਹੀ ਮਾਂ ਸਿਖਾਵੇ ਕਿ ਜਿੰਨੇ ਵੀ ਚਿਹਰੇ ਦੇਖ ਰਿਹਾ ਸਾਰੇ ਤੇਰੇ ਰਿਸ਼ਤੇਦਾਰ ਆ, ਸਾਰੇ ਤੇਰੇ ਭੈਣ ਭਰਾ, ਤਾਂ ਉਹ ਬੱਚਾ ਜਦੋਂ ਵੱਡਾ ਹੋਊਗਾ ਉਹਨੂੰ ਕੀ ਲੱਗੂਗਾ? ਰੋਡ ਤੇ ਜਦੋਂ ਕੋਈ ਐਕਸੀਡੈਂਟ ਹੁੰਦਾ ਅਸੀਂ ਉਹਨੂੰ ਕਿਉਂ ਨਹੀਂ ਸਕਦੇ? ਪਤਾ ਸਾਡਾ ਕੀ ਲੱਗਦਾ? ਸਾਡੇ ਘਰ ਨੂੰ ਸਾਨੂੰ ਤਾਂ ਜਾਣ ਨਹੀਂ, ਅਸੀਂ ਲੰਘ ਲੈਂਦੇ। ਜਦੋਂ ਵੀ ਤੁਹਾਡੀ ਅੱਖਾਂ ਦੇ ਮੂਹਰੇ ਕੋਈ ਐਸੀ ਘਟਨਾ ਆਉਂਦੀ ਹੈ ਜਿੱਥੇ ਤੁਹਾਡੇ ਹੱਥਾਂ ਦੇ ਨਾਲ ਸਹਿਯੋਗ ਨਾਲ ਠੀਕ ਹੋ ਸਕਦੀ ਹੈ, ਭਾਵੇਂ ਰੋਡ ਐਕਸੀਡੈਂਟ ਹੋ ਗਿਆ, ਭਾਵੇਂ ਉਹ ਰੋਡ ਦੇ ਉੱਤੇ ਇੱਕ ਜਾਨਵਰ ਦੀ ਲਾਸ਼ ਪਈ ਹੈ, ਡੈਥ ਹੋ ਗਈ ਇੱਕ ਜਾਨਵਰ ਦੀ, ਡੌਗ ਦੀ ਜਾਂ ਬਿੱਲੀ ਦੀ ਜਾਂ ਕੈਟ ਦੀ, ਜੇ ਉਹਦੀ ਬੋਡੀ ਤੁਹਾਨੂੰ ਰੋਡ ਦੇ ਵਿੱਚ ਘਰ ਪਈ ਦੇਖ ਰਹੀ ਹੈ ਨਾ, ਤੁਸੀਂ ਖੁਸ਼ ਨਸੀਬ ਹੋ ਕਿ ਰੱਬ ਤੁਹਾਨੂੰ ਸੇਵਾ ਦਾ ਮੌਕਾ ਦੇ ਦੇ। ਕਈ ਮੇਰੇ ਵਰਗੇ ਜਾਨਵਰ ਹੁੰਦੇ ਜਿਹੜੇ ਉਹ ਦੇਖ ਕੇ ਲੜ ਜਾਂਦੇ ਆ, ਕਈ ਤੁਹਾਡੇ ਵਰਗੇ ਹੁੰਦੇ ਜਿਹੜੇ ਉਹ ਬੋਡੀ ਨੂੰ ਚੱਕ ਕੇ ਸਾਈਡ ਤੇ ਰੱਖ ਦਿੰਦੇ ਆ ਕਿ ਵਿਚਾਰੇ ਨੂੰ ਹੋਰ ਗੱਡੀਆਂ ਲੱਗ ਕੇ ਉਹਦਾ ਹਾਲ ਕੀ ਹੋਣਾ। ਜੇ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਨਾ, ਤੁਸੀਂ ਖੁਸ਼ ਨਸੀਬ ਹੋ ਕਿ ਤੁਹਾਨੂੰ ਰੱਬ ਨੇ ਇੱਕ ਸੇਵਾ ਦਾ ਮੌਕਾ ਦਿੱਤਾ। ਮੈਨੂੰ ਦੂਜਾ ਕਾਰਨ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਕੁੜੀਆਂ ਨੂੰ ਲੋਕਾਂ ਨੇ ਕਿਉਂ ਮਾਰਿਆ। ਤੁਸੀਂ ਸਵਾਲ ਨੂੰ ਬਿਲਕੁਲ ਨੇੜੇ ਹੋ, ਸਹੀ ਤਰ੍ਹਾਂ ਨਹੀਂ ਬੋਲ ਪਾ ਰਹੇ, ਡਰ ਰਹੇ ਹੋ, ਸੱਚ ਤਾਂ ਤੁਹਾਨੂੰ ਪਤਾ ਕੀ ਹੈ। ਕਿਉਂ ਮੈਡਮ ਕਿਸ ਚੀਜ਼ ਤੋਂ ਮੌਕਾ ਕਰਦੇ?
किस चीज का माहौल डरते हैं? कोई और मेरी भैन समझ एक समझदार भैन तो बड़ी हुई ਜਿਹੜੀ ਬੋਲੀ ਸੀ ਕਰਨਾ ਹਾਂਜੀ ਭੈਣ ਮੈਨੂੰ ਤਾਂ ਸਾਰਾ ਵਿੱਚ ਕੋਈ ਸਮਝਦਾਰ ਨਹੀਂ ਸਭ ਤੋਂ ਸਭ ਹਾਂਜੀ ਦੱਸੋ ਸ਼ਾਬਾਸ਼ ਦੂਜਾ ਕਾਰਨ ਕੀ ਹੈ ਜੀ ਉਹ ਬਾਹਰ ਜਾ ਕੇ ਕੋਈ ਗਲਤ ਕੰਮ ਨਾ ਕਰਨ ਜਾਂ ਗਲਤ ਸਾਈਡ ਤੇ ਨਾ ਜਾਣ ਮਤਲਬ ਮਾਪੇ ਡਰਦੇ ਨੇ ਕਰਦੇ ਆ ਜੀ ਬਾਹਰ ਜਾਣ ਤੋਂ ਵੀ ਰੋਕਦੇ ਨੇ ਬਾਹਰ ਜਾਣ ਤੋਂ ਰੋਕਦੇ ਕਿਉਂ ਰੋਕਦੇ ਕਿ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੁੰਦਾ ਕਿ ਬਾਹਰ ਜਾਣ ਦਾ ਵਿਸ਼ਵਾਸ ਨਹੀਂ ਬਾਹਰ ਦੇ ਸਮਾਜ ਤੇ ਵਿਸ਼ਵਾਸ ਨਹੀਂ ਹੈ ਤੇ ਕਈ ਪਰਸੈਂਟ ਕੁੜੀਆਂ ਹੈਗੀਆਂ ਜਿਹੜੀਆਂ ਮਾਪਿਆਂ ਤੋਂ ਅਲੱਗ ਹੋ ਕੇ ਚੱਲ ਜਾਂਦੀਆਂ ਜੀ ਹਾਂਜੀ ਉਹਨਾਂ ਦਾ ਭੁਗਤਾਨ ਸਾਰੀ ਕੁੜੀਆਂ ਕਰਦੀਆਂ ਜੀ ਹਾਂਜੀ ਜੀ ਜੇ ਇੱਕ ਕੁੜੀ ਗਲਤ ਕੰਮ ਕਰਦੀ ਜੀ ਬਾਕੀ ਸਾਰਿਆਂ ਨੂੰ ਸੁਣਨਾ ਪੈਂਦਾ ਚਲੋ ਦੂਜਾ ਕਾਰਨ ਇਹ ਹੋ ਗਿਆ ਕਿ ਲੋਕੀ ਸਮਝਦੇ ਕਿ ਕੁੜੀ ਸਾਡੀ ਇੱਜ਼ਤ ਨਾ ਖਰਾਬ ਕਰ ਦੇਵੇ ਹਨਾ ਗਲਤ ਕਰਾ ਦੇਣਾ ਪੈਂਦੇ ਤੁਸੀਂ ਕਦੇ ਦੇਖਿਆ ਰੋਡ ਤੇ ਇੱਕ ਕੁੜੀ ਜਾ ਰਹੀ ਆ ਮੁੰਡੇ ਛੇੜਦੇ ਆ ਮੋਟਰਸਾਈਕਲ ਦੇ ਐਕਟਿਵਾ ਦੇਖਿਆ ਅੱਛਾ ਕਦੀ ਏਦਾਂ ਦੇਖਿਆ ਕਿ ਰੋਡ ਤੇ ਮੁੰਡਾ ਜਾ ਰਿਹਾ ਐਕਟਿਵਾ ਤੇ ਕੁੜੀਆਂ ਛੇੜਦੀਆਂ ਨੂੰ ਇਹ ਕਿਉਂ ਬਰਾਬਰ ਹੋਣਾ ਚਾਹੀਦਾ ਕੰਮ ਕੁੜੀਆਂ ਮੁੰਡੇ ਬਰਾਬਰ ਹੈ ਇਹ ਕੰਮ ਨਹੀਂ ਬਰਾਬਰ ਨਹੀਂ ਦੇਖਿਆ ਕਦੇ ਸਵਾਲ ਬਹੁਤ ਜਵਾਬ ਬਹੁਤ ਵਧੀਆ ਦਿੱਤਾ ਬੇਟੇ ਨੇ ਅਜੇ ਪਹਿਲਾਂ ਆਪਾਂ ਸਾਰੀਆਂ ਕੁੜੀਆਂ ਸਪੋਜ਼ ਸਾਡੀ ਬੁੱਧੀ ਨਹੀਂ ਭ੍ਰਿਸ਼ਟ ਅਸੀਂ ਆਪਣੇ ਮਾਪਿਆਂ ਦੇ ਕਹਿਣੇ ਤੇ ਚੱਲ ਰਹੀਆਂ ਵਧੀਆ ਪੜ੍ਹ ਰਹੇ ਠੀਕ ਖੁਸ਼ ਹਾਂ ਅਸੀਂ ਕੋਈ ਵੀ ਗਲਤ ਕੰਮ ਕਰਨਾ ਨਹੀਂ ਕਰਦੇ ਜਿਹਦੇ ਕਰਕੇ ਮਾਪਿਆਂ ਦੇ ਲਈ ਕੁੜੀਆਂ ਨੂੰ ਮੌਕਾ ਨਹੀਂ ਮਾਰਨਾ ਚਾਹੀਦਾ ਉਸ ਤੋਂ ਬਾਅਦ ਕੁੜੀਆਂ ਨੂੰ ਕੋਈ ਮਾਰ ਬੰਦ ਕਰ ਦਿੱਤਾ ਜਾਊਗਾ ਇੱਕ ਹੋਰ ਕਾਰਨ ਹੈ ਜਿਹਦੇ ਕਰਕੇ ਕੁੜੀਆਂ ਨੂੰ ਮੌਕਾ ਮਾਰਨਾ ਕੀ ਹੈ ਹੋਰ ਕਾਰਨ ਅੱਜ ਕੱਲ੍ਹ ਦੀ ਸੋਸਾਇਟੀ ਦੀ ਕੁੜੀਆਂ ਨਹੀਂ ਸਮਝਦਾ ਮੈਂ ਤੁਹਾਡੇ ਘਰਾਂ ਦੀ ਗੱਲਾਂ ਕਰ ਰਿਹਾ ਤੁਹਾਡੇ ਦਿਲ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਮੈਨੂੰ ਵੀ ਪਤਾ ਤਾਂ ਹੀ ਮੈਂ ਇੱਥੇ ਖੜਾ ਉਹ ਭਾਈ ਸਪੇਨ ਤੋਂ ਆਇਆ ਸਪੈਸ਼ਲ ਤੁਹਾਨੂੰ ਮਿਲਣ ਕੁਝ ਸੋਚ ਕੇ ਆਇਆ ਸੀ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕੁੜੀ ਦੀ ਜ਼ਿੰਦਗੀ ਕੀ ਹੈ ਉਹਦਾ ਸਾਰੀ ਜ਼ਿੰਦਗੀ ਮਾਪਿਆਂ ਦੇ ਘਰੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਘਰ ਰਹਿ ਗਏ ਰੋਟੀ ਬਣਾਈ ਬੱਚੇ ਪਾਲੇ ਜ਼ਿੰਦਗੀ ਖਤਮ ਬਸ ਘਰ ਵਾਲਾ ਰਾਤੀ ਆਉਂਦਾ ਮਾਂ ਵੀ ਰੋਟੀ ਬਣਾ ਮੈਂ ਥੱਕ ਕੇ ਆਇਆ ਕੁੜੀ ਨੂੰ ਜੋੜੀਆਂ ਕਿਉਂ ਤੂੰ ਤਾਂ ਮੇਰੀ ਹੁੰਦੀ ਸਾਰਾ ਦਿਨ ਘਰੇ ਕੀ ਕਰਨੀ ਨਹੀਂ ਹੈ ਜੇ ਇਹੀ ਕੁੜੀ ਵੀ ਕੰਮ ਕਰਦੀ ਹੋਵੇ ਮੁੰਡਾ ਵੀ ਕੰਮ ਕਰਦਾ ਹੋਵੇ ਉਦੋਂ ਮੁੰਡਾ ਥੱਕਿਆ ਹੋਇਆ ਘਰੇ ਆਵੇ ਤੇ ਕਵੇ ਕੁੜੀ ਨੂੰ ਕਿ ਮੈਂ ਥੱਕਿਆ ਹੋਇਆ ਰੋਟੀ ਬਣਾ ਤੂੰ ਤੇਰੇ ਪਿਓ ਦੇ ਨੌਕਰ ਨਹੀਂ ਬੈਠੀ ਮੈਂ ਵੀ ਥੱਕਿਆ ਨਹੀਂ ਤੇ ਤੂੰ ਰੋਟੀ ਬਣਾ ਐਸਾ ਨਹੀਂ ਹੈ ਮੁੰਡਿਆਂ ਕੋਲ ਕੀ ਹੁੰਦਾ ਕਿ ਉਹ ਪਹਿਲੀ ਵਾਰ ਬਾਹਰ ਦਾ ਕੋਈ ਕੰਮ ਨਹੀਂ ਭਾਂਡੇ ਧੋ ਲਓ ਆਪ ਰੋਟੀ ਲਾ ਲਓ ਰੋਟੀ ਬਣਾ ਲਓ ਅਗਰ ਕੁੜੀਆਂ ਨੇ ਕਿੰਨੇ ਹੱਥ ਲਗਾਓ ਆਪ ਕਿੰਨੇ ਤੁਹਾਡੇ ਮੁੰਡੇ ਤੁਹਾਡੇ ਕਿੰਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਤੁਹਾਡੀਆਂ ਅੱਖਾਂ ਕਿੰਨੀਆਂ ਤੁਹਾਡੀਆਂ ਅੱਖਾਂ ਕਿੰਨੀਆਂ ਕੰਮ ਤਾਂ ਸਾਰਾ ਬਰਾਬਰ ਹੈ ਫਿਰ ਕੁੜੀਆਂ ਮੁੰਡੇ ਦੇ ਵਿੱਚ ਫਰਕ ਕਿਉਂ ਸਮਝਦੇ ਹੋ ਅੱਛਾ ਪਹਿਲਾਂ ਸੋਚ ਨੂੰ ਬਦਲੂਗਾ ਕੌਣ ਕਿੱਦਾਂ ਬਿਲਕੁਲ ਆਸੇ ਹੋਏ ਆਪ ਨਾਲ ਗੱਲ ਕਰੋ ਕਿੱਦਾਂ ਪੜਾਂਗੇ ਆਪਾਂ ਕਿਹੜਾ ਕਿਹੜਾ ਬੱਚਾ ਆਪਣਾ ਦਿਲ ਤੇ ਰੱਖ ਕੇ ਦੱਸ ਸਕਦਾ ਕਿ ਮੈਂ ਆਪਣੇ ਮਾਪਿਆਂ ਕੋਲ ਝੂਠ ਨਹੀਂ ਬੋਲ ਬੈ ਗਿਆ ਨਾ ਕੰਨ ਅੰਦਰ ਨਾਲ ਉਹ ਨਾ ਮੇਰੇ ਝੂਠ ਤਾਂ ਅਗਲਾ ਇੱਕ ਪਾਸੇ ਸਾਡੇ ਸੱਚ ਬੋਲਣ ਦਾ ਦਿੱਤਾ ਨਹੀਂ ਜੰਮੇ ਨਹੀਂ ਬਿਲਕੁਲ ਕਦੀ ਨਹੀਂ ਬੋਲਿਆ ਤੂੰ ਕੀ ਬਾਤ ਦਿਵਿਆ ਸੇ ਤਾਲੀਆਂ ਹੋ ਜਾਂਦੀਆਂ अगर मेरी भी बोल जाती है मैं बात करके अपना ही पैर खड़े होना मैं किसी से टुकड़े नहीं बोलना पक्का कुछ नहीं रहना पड़ता और मेरी गाली समझ आती काम हिंदी में बात करें तुमसे कौन सी बात तुमको समझ आती अरे मैंने पूछा कि कौन कौन सी लड़की अपने पैरों में खड़े होंगे कुछ बनना चाहती है अच्छा बहन आप कुछ बनना चाहते हो क्या बनना चाहते हो डॉक्टर बनना चाहते हो कौन सी क्लास में हो सिक्स क्लास में पापा के घर दुकान में ओके तो आपने डॉक्टर बनना तो कभी पूरा ऑपरेशन नहीं किया तो डॉक्टर बनने के लिए कुछ शुरू किया करना
ਚਾਚਾ ਡਾਕਟਰ ਨੇ ਇਹਦੇ ਚਾਚਾ ਡਾਕਟਰ ਨੇ ਚਾਚਾ ਨੇ ਇਹਦੇ ਡਾਕਟਰ अच्छा चाचा डॉक्टर कहाँ डॉक्टर बनना क्या शाबाश बैठो 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 एक मिनट रुको अपनी कैटेगरी का पता ही होता है ना कैसी लोग है अच्छा पहले कई बार कोई बंदा डॉक्टर बन जाता है एक एक तरह का जब कुड़ी को बच्चों के मारवा हो सब तो बड़ा साइन है वो डॉक्टर का तो मेरी दीदी ने डॉक्टर बना डॉक्टर बन के एक कुड़ी के पेट के ਵਿੱਚ ਕੁੜੀ ਮਾਰਨ ਦੀ ਗੱਲ ਕਰ ਲੱਗਾ ਕਿ ਡਾਕਟਰ ਬਣੇ ਇੱਕ ਪੁਲਿਸ ਵਾਲਾ ਭਾਗ ਗਿਆ ਭਾਗ ਕਿਸੇ ਦੇ ਉੱਤੇ ਨਹੀਂ ਆਇਆ ਜੇ ਉਹਨੇ ਜੇਲ੍ਹ ਕਰ ਲਈ ਉਹਨੂੰ ਪਤਾ ਹੈ ਗਲਤ ਕਰ ਫਿਰ ਵੀ ਗਲਤ ਕਰ ਪੁਲਿਸ ਵਾਲਾ ਬਣੇ एक टीचर को पता कि मैं बच्चे ने गलत कर दिया फिर भी गलत कर दिया टीचर बने तो इस सारे मतलब सबको की बनना है क्या कितने समझ आ रही है टीचर समझ बच्चियां बच्चियां कितनी बड़ी गल्लां नहीं करते इस मुंडे ਨਾਲ ਆ ਬੇਨਤੀ ਮੇਰੀ ਨਾ ਆ ਗੱਲ ਨੂੰ ਧਿਆਨ ਨਾਲ ਸੁਣਨਾ ਠੀਕ ਹੈ ਇੱਕ ਗੱਲ ਹੈ ਤੁਹਾਡੇ ਤੇ ਇਸ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਜਵਾਬ ਹੋਇਆ ਪਹਿਲਾਂ ਕੀ ਹੁੰਦਾ ਇਸ ਉਮਰ ਦੇ ਵਿੱਚ ਨਾ ਸਾਨੂੰ ਹੀਰਾਂ ਜਿਹਦੇ ਸੁਪਨੇ ਬੜੇ ਆਉਂਦੇ ਆ ਜਿੱਦਾਂ ਫਿਲਮਾਂ ਦੇਖ ਲਿਆ ਗਾਣੇ ਦੇਖ ਲਿਆ ਸਾਨੂੰ ਲੱਗਦਾ ਕਿ ਬਸ ਇਹਦੇ ਵਿੱਚ ਹੀ ਸਭ ਕੁਝ ਹੈ ਮੇਰਾ ਤੇ ਇਹਦੇ ਵਿੱਚ ਹੀ ਸਭ ਕੁਝ ਹੈ ਮੇਰਾ ਇਸ ਤੋਂ ਉੱਤੇ ਦੁਨੀਆ ਕੁਝ ਵੀ ਨਹੀਂ ਹੈਗੀ ਸਹੀ ਗੱਲ ਹੈ ਕਿ ਨਹੀਂ ਇਹ ਥੋੜੀ ਹਾਂ ਕਰਨੀ ਹਾਂ ਪਤਾ ਭਾਈ ਸਹੀ ਗੱਲ ਹੈ ਕਿ ਨਹੀਂ ਇਸ ਉਮਰ ਦੇ ਵਿੱਚ ਕੀ ਹੁੰਦਾ ਇੱਕ ਵਾਰੀ ਸਕੂਲ ਦੇ ਵਿੱਚ ਮੇਰੇ ਕੋਲ ਇੱਕ ਮੁੰਡਾ ਕੁੜੀ ਆ ਕੇ ਕਹਿੰਦੇ ਭਾਈ ਤੈਨੂੰ ਕੀ ਪਤਾ ਪਿਆਰ ਕਿਸ ਚਿੜੀਆ ਕਰਨਾ दो बच्चे मेरे को आ गए एक मुंडा एक कुड़ी मैं कहा इत्थे आ जाओ खड़ जाओ कहते हाँ जी कहते तुम्हें नहीं पता प्यार में कितनी ताकत होती है मैं कहा तेरी मम्मी ने तेन 20-22 साल हो गए पाले ओदा प्यार झूठा हो गया 20-22 साल तो ਤੁਹਾਡੇ ਮਾਂ-ਬਾਪ ਨੇ ਪਾਲ ਕੇ ਵੱਡੇ ਕੀਤਾ ਤੁਹਾਨੂੰ ਖਵਾਇਆ ਪਿਲਾਇਆ ਇੱਕ ਸਾਹ ਜਿਹੜਾ ਅਸੀਂ ਅੱਜ ਜੀ ਰਹੇ ਹਾਂ ਮੈਂ ਵੀ ਅਸੀਂ ਆਪਣੇ ਮਾਂ-ਬਾਪ ਦੇ शुक्रगुजार अपने माँ बाप करके जी रहे हैं सही गल है कि नहीं तो दोनों खड़े मेरे को कहते तुम्हें नहीं पता प्यार में कितना दर्द मैं कहती दिखा दो कहते बताओ क्या करना है मैं कहता तुम्हारे सामने मोटरसाइकिल खड़ा करता अपने प्यार के दरमियान स्टार्ट करके लगाओ स्टार्ट हो जाएगा स्टार्ट होने की चाहिए चाबी चाहिए तेल चाहिए कितों होगा सारा कुछ तेल कितों होगा तो पैसे तो अपने को ही ਅਸੀਂ ਉਹਨੂੰ ਕਹਿਤਾ ਕਿ ਤੈਨੂੰ ਦੁਬਈ ਘੁਮਾਵਾਂਗੇ ਤੈਨੂੰ ਸਿੰਗਾਪੁਰ ਘੁਮਾਵਾਂਗੇ ਜਿਹੜੀ ਉਮਰ ਦੇ ਵਿੱਚ ਤੁਹਾਨੂੰ ਆਪਣਾ ਨਹੀਂ ਪਤਾ ਕਿ ਤੁਸੀਂ ਆਪ ਆਪਣੇ ਘਰਦਿਆਂ ਤੋਂ ਪੈਸੇ ਮੰਗ ਕੇ ਖਾ ਰਹੇ ਹੋ ਉਹਨਾਂ ਦੀ ਬਦੌਲਤ ਕੱਪੜੇ ਪਾ ਰਹੇ ਹੋ ਤੁਸੀਂ ਉਹਨੂੰ ਕਿੱਦਾਂ ਵਾਅਦਾ ਕਰ ਸਕਦੇ ਹੋ ਕਿ ਮੈਂ ਤੈਨੂੰ ਸਾਰੀ ਜ਼ਿੰਦਗੀ ਖੁਸ਼ ਰੱਖੂੰਗਾ ਪਹਿਲਾਂ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਆਪ ਨੂੰ ਤਾਂ ਖੁਸ਼ ਕਰਨਾ ਸਿੱਖੋ ਫਿਰ ਹੀ ਕਿਸੇ ਨੂੰ ਕਰ ਸਕਦੇ ਹੋ ਕਿਹੜੇ ਕਿਹੜੇ ਬੱਚੇ ਨੇ ਆਪਣਾ ਕਮਾਉਣਾ ਸ਼ੁਰੂ ਕਰਤਾ ਹੁਣ ਤੱਕ ਮੁੰਡਿਆਂ ਦਾ ਜਿਹੜਾ ਆਪ ਨੌਕਰੀ ਕਰਕੇ ਕਮਾਉਂਦਾ ਕੌਣ ਲੈ ਬੇਟਾ ਕਿੰਨੀ ਖੜਾ ਹੋ ਬੇਟਾ ਖੜਾ ਹੋ ਬੇਟਾ ਮੈਂ ਹੈਲੋ ਕਰਦੀ ਦੱਸਾਂ ਮੈਂ ਕਿੰਨਾ ਖੁਸ਼ ਨਸੀਬ ਆ ਮੇਰੀ ਉਮਰ 22 ਸਾਲ ਬੇਟਾ ਤੇਰੀ ਉਮਰ ਕਿੰਨੀ 13 ਸਾਲ ਕਿੰਨੀ ਉਮਰ ਦਾ ਫਰਕ ਹੈ 9 ਸਾਲ 9 ਸਾਲ ਮੇਰੇ ਤੋਂ ਛੋਟਾ ਔਰ ਉਹਨੇ ਕਮਾਉਣਾ ਸ਼ੁਰੂ ਕਰਤਾ ਮੈਂ ਦੇਖ ਲਾ ਹੁਣ ਤੱਕ ਆਪਣੇ ਘਰ ਦਾ ਸਿਰ ਤੇ बेटा क्या काम करते हैं आपके पापा रिक्शा चलाते हैं तो आप अपना कमाना शुरू करते हैं कितना कमा लेते हो महीने का रोज की रोज मिलता कितना 50 रुपए कितने टाइम काम करना पड़ता 2 घंटे 50 रुपए में हो जाता क्या क्या करना पड़ता वहां पर तो खुश है अपनी जिंदगी से कितने भाई बहन हो 3 भाई 1 बहन पापा रिक्शा चलाता तो वो पैसों को क्या करता फिर मम्मी को देता मेहनत तू करता है मम्मी को देता तो मम्मी क्या करती घर पे सामान नहीं होता वो लाके देते हैं आ जा ये मुंडे की उम्र कितनी है 13 साल की उम्र के की कर रहे हैं और मुंडे ने मजाक उड़ाया
ज्यादा मान महसूस किया कर उसको साथ रखेंगे। देख तेरे से 7 वाली उम्र का तेरा कमाने लगे, तू कमा लेगा? कमा के दिखा, पढ़ा के दिखा, पढ़ा के दिखा। चलो नाच के दिखा। नाच नाचने को क्या, नाचने को सीखना पड़ता है, जो भी आता नाच के दिखा। अरे दिखा दे यार, हम भी देख लें कैसे नाचता है वो। नाच के दिखा। फिर तो इस पे हंस क्यों रहा था? बर्गर की रेडी पे काम करना गलत बात है? किसी से मांगकर खाना, भीख मांगना वो गलत है। मेहनत करके खाना गलत बात है। आगे से उसको हंसना नहीं, उसको कहना कि भाई मेरी जरूरत है तो बता, हम इकट्ठे काम करेंगे। तो अपना कमा के इसको दे देगा। बैठ भाई बैठ, देखिए इस उम्र में तो सब पता है कि क्या मेरा है और क्या तेरा है। अच्छा भाई मुंडे ने गल बेनती है मेरी, ध्यान नाल सुनियो। भैणो तुसीं भी ध्यान नाल सुनियो जी, मैं की गल कह रहा हूं। किहड़े मुंडे दे घरे रियल सिस्टर हैगी है? मेरी भी घरे हैगी भैन। भैन किते किते घरे हैगी? हैगी। अच्छा किहड़ा मुंडा सोचदा कि आने वाले टाइम दे विच 5 साल 10 साल 2 साल ਦਾ ਵਿਆਹ ਹੋ ਜਾਣਾ? ਕਿਹਦੀ ਸਿਸਟਰ ਦਾ ਹੋ ਜਾਣਾ ਵਿਆਹ? ਸਾਰੀਆਂ ਦੀ ਭੈਣਾਂ ਦਾ ਵਿਆਹ ਹੋਣਾ ਇੱਕ ਦਿਨ। ਅੱਛਾ ਕਿਹੜਾ ਮੁੰਡਾ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ? ਸਾਰਿਆਂ ਦੀ ਗੱਲ ਨਾ ਕਰੋ, ਸਾਰੇ ਕਰਦੇ ਆ। ਚਲੋ ਗੱਲ ਸੁਣੋ ਠੀਕ ਹੈ, ਵੱਡੇ ਮੁੰਡੇ ਧਿਆਨ ਨਾਲ ਸੁਣੋ ਬਈ। अपनी सिस्टर का एक दिन ब्याह होना, ठीक है भाई? आपस में ना बोलो, पहले सुन यार। अपनी सिस्टर का एक ना एक दिन ब्याह होना और तुम मुंडा लभ रहे हो अपनी सिस्टर वास्ते। मुंडा लभ रहे हो तो पंडित ने तुहानू फोटो दी कि भाई आ मुंडा भाई दस रिश्ता कर दिए, तो तुम उस पंडित को की सवाल पूछोगे? पहला सवाल की पूछोगे बेटा? की पूछोगे? सुन लो बेटा की पूछोगे? की करता? पढ़ाई पढ़ूई करता? पढ़ाई तो खत्म हो गई होनी उसकी। किस तक पढ़िया? वो पढ़ा है दोपहर तक। दोपहर तक स्कूल गया, उसके बाद पूरा स्कूल छोड़ के आया। बहुत वधिया पढ़िया लिखा। और घर बार देखना, की काम करना? नशा नुशा का नहीं करता? पंजवा बस आई कोई देखना। अच्छा बेटा होर दिल है नहीं माड़ा? नहीं दिल का बहुत वधिया। अच्छा होर की पूछोगे? हाँ जी बेटा पूछो हो जा, खड़ा हो जा। दसो बेटा तुम भाई बड़े मुंडे दसन की पूछोगे? कोई रह तो नहीं गया सवाल फिर ना मैनू कहो भाई मैं नहीं पूछा, मैं नहीं पूछा? हो गए सारे सवाल? कमाई क्या बात है यार भाई। ये मुंडे ने सब तो खास गल पूछी, तुहाडी भैन नूं पत्ते थोड़ी खवाने आ। काम कार पुछ लिया, सब कुछ पुछ लिया। पुछ लो कमांदा भी है कि नहीं कमांदा? पढ़े लिखे नूं की करना? पीएचडी की कमांदा कुछ भी नहीं। फिर तोड़ दूंगे? छोड़ दे नहीं तोड़ूंगे ना। और की पूछूंगे? ओ भाई तुहाडी भैन दा विआह हो गया, सुन लो रिश्ता कर रहे हैं ਅਸੀਂ सीरियस मैटर ਦੇ ਵਿੱਚ साथ लियो। हाँ जी बेटा और की पूछूंगे? कुछ रहता नहीं गया? खत्म? मैं बोला मैं पूछना कि नहीं? भाई बड़े मुंडे बड़े म्यूट बैठे की तेरी गल नहीं समझ आ रही कि मैं बोल कर रहा? चलो आप सारा कुछ पूछ लिया पंडित को, तो पंडित ने कोई जवाब दिता कि भाई आ फोटो मुंडे दी जिदा का तू है उदा का वो है, जिदा का तू सीगा उदा का वो सीगा, जिदा का तू होएगा उदा का वो होगा, जिदा का तू हैगा उदा का वो हैगा। केड़ा मुंडा विआह नूं हाँ कर दूगा? हाँ जी एक भी मुंडे का हाथ नहीं खड़ा, एक भी मुंडे का हाथ नहीं खड़ा होया कि मेरे मैं विआह की हाँ करता। पहले क्यों नहीं हाथ खड़ा? पता इन्होंने अपने मिशन पास की कर रहे हैं अपनी पहले मुंडा कोई पूरा किया
ਦਾ ਜਿੱਦਾਂ ਦਾ ਤੂੰ ਹੈਗਾ, ਜਿੱਦਾਂ ਦੇ ਤੂੰ ਕੰਮ ਕੀਤੇ ਉਦਾਂ ਦੇ ਕੰਮ ਉਹਨੇ ਕੀਤੇ, ਕਿਹੜਾ ਕਿਹੜਾ ਮੁੰਡਾ ਵਿਆਹ ਲਈ ਹਾਂ ਕਰ ਦੂਗਾ? ਮੇਰੇ ਸਵਾਲ ਨਹੀਂ ਸਮਝ ਆ ਰਿਹਾ ਕਿ ਜਵਾਬ ਨਹੀਂ ਦੇਣਾ ਚਾਹੁੰਦੇ। ਇਹਦਾ ਕਾਰਨ ਕੀ ਆ? ਆਪਾਂ ਇੰਨਾ ਕਿਉਂ ਡਰ ਰਹੇ ਹਾਂ? ਚਲੋ ਹੁਣ ਇਹੀ ਸਵਾਲ ਮੈਂ ਕੁੜੀਆਂ ਕੋਲ ਪੁੱਛਦਾ, ਠੀਕ ਹੈ ਭੈਣੋ? ਤੁਹਾਡੇ ਘਰੇ ਭਰਾ ਕਿਹਦੇ ਕਰੇਗਾ? ਚਲੋ ਸੁਣੋ ਧਿਆਨ ਨਾਲ। ਦੇਖੋ ਤੁਸੀਂ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੀਆਂ ਹੋ। ਹੁਣ ਜਦੋਂ ਤੁਸੀਂ ਵਿਆਹ ਕੇ ਦੂਜੇ ਘਰ ਚਲੇ ਜਾਣਾ, ਤੁਹਾਡੇ ਮਾਪਿਆਂ ਨੂੰ ਉੱਚਾ ਮਾਣ ਸਾਂਭੂਗਾ। ਪਰ ਤੁਹਾਡੇ ਭਰਾ ਦਾ ਵਿਆਹ ਹੋਣਾ ਤੇ ਜੇ ਵਿਆਹ ਤੋਂ ਬਾਅਦ ਤੁਸੀਂ ਜਿਹੜਾ ਚਲੇ ਗਏ, ਤੁਸੀਂ ਕਹੋਗੇ ਤੁਹਾਡੇ ਵਰਗੀ ਭਾਬੀ ਸੇਮ ਨੇਚਰ ਦੀ, ਸੇਮ ਤੁਹਾਡੇ ਵਰਗੀ ਲੜਕੀ, ਸਭ ਕੁਝ ਤੁਹਾਡੇ ਵਰਗੀ, ਤੇ ਜੇ ਘਰ ਦੇ ਵਿੱਚ ਆ ਗਏ ਤਾਂ ਕਹਿੰਦੀ ਕਿ ਕੋਈ ਖੁਸ਼ ਨਹੀਂ ਆ, ਮੇਰੇ ਮਾਪਿਆਂ ਨੇ ਮੇਰੇ ਨੂੰ ਕੋਈ ਸਲਾਹ ਨਹੀਂ ਕਰਦੀ। ਅਰੇ ਤੁਹਾਡੇ ਵੀ ਕੁੜੀ ਦੇ ਦੁਆਰਾ ਆ ਕੇ ਠੀਕ ਹੈ ਮੁੰਡੇ ਵਾਲੇ ਕੋਲ ਫਰਕ ਕੋਈ ਨਹੀਂ ਹੈ। ਉਹਦੇ ਤੋਂ ਇੱਕ ਮੁੰਡੇ ਦਾ ਹੱਥ ਨਹੀਂ ਖੜਾ ਹੋਇਆ ਕਿ ਉਹਨਾਂ ਨੂੰ ਆਪਣੇ ਜ਼ਮੀਨ ਤੇ ਇੰਨਾ ਕੁ ਸ਼ੱਕ ਹੈ ਕਿ ਅਸੀਂ ਨਹੀਂ ਚੰਗੇ। ਔਰ ਮੈਂ ਜਿੰਨੇ ਸਕੂਲਾਂ 'ਚ ਅਜੇ ਤੱਕ ਗਿਆ ਹਾਂ, ਅੱਜ ਤੋਂ ਬਾਅਦ 4-5 ਸਕੂਲ ਹੋ ਗਏ ਜਿੱਥੇ ਮੁੰਡਿਆਂ ਨੇ ਹੱਥ ਖੜਾ ਕੀਤਾ ਹੋਊਗਾ ਕਿ ਹਾਂ ਵੀਰੇ ਜੇ ਮੇਰਾ ਜੀਜਾ ਮੇਰੇ ਵਰਗਾ ਹੋਵੇ ਤਾਂ ਮੇਰੀ ਭੈਣ ਖੁਸ਼ ਰਹੂਗੀ। ਤੁਸੀਂ ਇੰਨਾ ਡਰ ਰਹੇ ਹੋ। ਔਰ ਦੇਖੋ ਜਦੋਂ ਮੈਂ ਆਇਆ ਸੀਗਾ ਤੁਸੀਂ ਆਪਣੇ ਨੂੰ ਬੱਚੇ ਸਮਝਦੇ ਸੀਗੇ, ਔਰ ਹੁਣ ਦੱਸੋ ਤੁਸੀਂ ਬੱਚੇ ਹੋ ਕਿ ਕੀ ਹੋ? ਇੱਕ ਨਾ ਇੱਕ ਦਿਨ ਤੁਹਾਡੀ ਭੈਣ ਦਾ ਵਿਆਹ ਹੋਣਾ ਹੀ ਹੋਣਾ ਨਾ। ਔਰ ਮੈਂ ਇਹ ਨਹੀਂ ਕਹੂੰਗਾ ਕਿ ਜੋ ਕਰਮ ਤੁਸੀਂ ਕਰ ਰਹੇ ਹੋ ਉਹ ਤੁਹਾਡੀ ਭੈਣ ਨੂੰ ਮਿਲੂਗਾ ਨਾ। ਕਈ ਵਾਰ ਹੁੰਦਾ ਨਾ ਭੈਣ ਸੁਣਨ ਦੇ ਵਿੱਚ ਆਉਂਦਾ ਕਿ ਤੂੰ ਕਿਸੇ ਦੀ ਬਹਿਨ को छेड़ा ना तेरी बहन को भी छेड़ेगा, है ना? सुना कि नहीं सुना? किसी की बहन को दुख देते हो जब अपनी बहन को दुख मिलेगा तब पता लगेगा। एक गल जवाब दिओ, एक मुंडा एक कुड़ी ਨੂੰ ਕਲਪਾ ਰਿਹਾ, ਰੋਡ ਤੇ ਛੇੜ ਰਿਹਾ, ਉਹਦੇ ਵਿੱਚ ਉਹਦੀ ਭੈਣ ਦਾ ਕੀ ਕਸੂਰ ਹੈ? ਸਪੋਜ਼ ਮੈਂ ਕਿਸੇ ਕੁੜੀ ਨੂੰ ਤੰਗ ਕਰ ਰਿਹਾ, ਉਹ ਕੁੜੀ ਨੂੰ ਕਹਿੰਦੀ ਭਗਵਾਨ ਕਰੇ ਤੇਰੀ ਬਹਿਨ ਕੇ ਸਾਥ ਵੀ ਐਸਾ ਹੀ ਹੋ। ਉਹ ਮੇਰੀ ਵਿਚਾਰੀ ਭੈਣ ਤਾਂ ਘਰੇ ਬੈਠੀ ਰੋਟੀ ਬਣਾਉਂਦੀ ਪਈ ਹੈ, ਉਹਦਾ ਕੀ ਕਸੂਰ ਹੈ? ਤਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਮਾੜਾ ਕਰਮ ਕੀਤਾ ਕਿਸੇ ਹੋਰ ਤੇ ਲੱਗਦਾ? ਕਦੀ ਵੀ ਨਹੀਂ। ਜੇ ਇਹਨਾਂ ਨੇ ਅੱਜ ਹੱਥ ਖੜਾ ਨਹੀਂ ਕੀਤਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੁੜੀਆਂ ਨੂੰ ਇਹਨਾਂ ਵਰਗਾ ਮੁੰਡਾ ਮਿਲੂਗਾ। ਜਿਹੜਾ ਇੱਕ ਬੰਦਾ ਜਿੱਦਾਂ ਦੇ ਕਰਮ ਕਰ ਰਿਹਾ, ਜੇ ਆਪਾਂ ਇੱਕ ਮਿੱਟੀ ਦੇ ਵਿੱਚ ਬੀਜ ਲਾਤਾ, ਅੰਬ ਦਾ ਪੇੜ ਦਾ ਬੀਜ ਲਾਤਾ, ਤਾਂ ਉਹਨੇ ਵੱਡੇ ਹੋ ਕੇ ਕੀ ਦੇਣਾ? ਅੰਬ ਹੀ ਦੇਣਾ, ਸੇਬ ਥੋੜੀ ਦੇਣਾ। ਜੇ ਅਸੀਂ ਉੱਥੇ ਕੁਝ ਲਾਇਆ ਹੀ ਨਹੀਂ ਤਾਂ ਉਡੀਕ ਕੀ ਕਰ ਰਹੇ? ਅੱਜ ਤੁਸੀਂ ਵੱਡੇ ਹੋ ਰਹੇ ਹੋ, ਕੀ ਸੋਚ ਕੇ ਵੱਡੇ ਹੋ ਰਹੇ ਹੋ? ਕੀ ਕਰ ਰਹੇ ਹੋ ਤੁਸੀਂ? ਮੁੰਡੇ ਨੂੰ ਸਵਾਲ ਦੁਬਾਰਾ ਪੁੱਛਣਾ ਕਿ ਦਿਲ ਤੇ ਲੱਗੀ ਹੋਵੇ ਗੱਲ ਕਿ ਸਮਝ ਆ ਗਈ ਸੀ ਕਿ ਮੈਂ ਜਵਾਬ ਕਿਉਂ ਨਹੀਂ ਦੇ ਰਹੇ? ਅੱਛਾ ਭਾਈ ਮੈਨੂੰ ਤੂੰ ਹੀ ਸਮਝਦਾਰ ਲੱਗਦਾ ਕਿ ਤੂੰ ਖੜਾ ਹੋ ਕੇ ਦੱਸ ਕਿ ਇਹਨਾਂ ਨੇ ਹੱਥ ਕਿਉਂ ਨਹੀਂ ਖੜਾ ਕੀਤਾ? ਹੋਇਆ ਖੜਾ ਨਹੀਂ ਕੋਈ ਹਾਂਜੀ ਇਹ ਮੰਨਦਾ ਗਲਤ ਹੈ, ਪਰ ਇਹ ਲੱਗੇ ਆਪਣੇ ਆਪ ਨੂੰ ਏਦਾਂ ਕਿਉਂ ਲਵਾਉਂਦੇ ਕਿ ਅਸੀਂ ਤਾਂ ਬੱਚੇ ਹਾਂ? ਇਹ ਬੱਚੇ ਨਹੀਂ, ਇਹ ਬੱਚੇ ਨੇ ਹੱਦ ਕ੍ਰਾਸ ਕਰ ਚੁੱਕੇ ਆ। ਮੈਂ ਇੱਕ ਗੱਲ ਹੋਰ ਵੀ ਕਹੀ ਸੀ, ਚਲੋ ਇਹ ਜਿੱਦਾਂ ਦੇ ਵੀ ਹੁਣ ਹੈਗੇ ਆ, ਜਿੱਦਾਂ ਦਾ ਜੋ ਕਰ ਚੁੱਕੇ ਆ, ਇੱਥੇ ਬਹਿਣ ਤੋਂ ਪਹਿਲਾਂ ਪਾਸ ਤਾਂ ਆਪਾਂ ਕਿਸੇ ਦਾ ਨਹੀਂ ਬਦਲ ਸਕਦੇ ਨਾ। ਪਰ ਇਹਨਾਂ ਨੂੰ ਇਹ ਕਿਉਂ ਲੱਗਾ ਕਿ ਮੇਰੇ ਮੈਂ ਚਲੋ ਜੋ ਕਰਤਾ ਜਿੱਦਾਂ ਦਾ ਮੈਂ ਹੁਣ ਬਣ ਜਾਊਗਾ ਉਦਾਂ ਦਾ ਮੁੰਡਾ ਮਿਲ ਜਾਵੇ। ਚਲੋ ਜਿੱਦਾਂ ਦੇ ਤੁਸੀਂ ਹੁਣ ਅੱਗੇ ਬਣੋਗੇ ਅੱਜ ਤੋਂ ਬਾਅਦ ਉਦਾਂ ਦਾ ਜੇ ਕਿਹੜਾ ਮੁੰਡਾ ਬਣਨਾ ਚਾਹੂਗਾ? ਕਿਹੜਾ ਮੁੰਡਾ ਚਾਹੂਗਾ ਕਿ ਬਾਈ ਮੈਂ ਅੱਜ ਤੋਂ ਬਾਅਦ ਜਿੱਦਾਂ ਦਾ ਹੋਏਗਾ ਉਦਾਂ ਦਾ ਮੁੰਡਾ ਮਿਲ ਜਾਵੇ, ਮੇਰੀ ਭੈਣ ਸੁਖੀ ਹੈ। ਇੱਕ ਮੁੰਡੇ ਨਾਲ ਤਗੜਾ ਜਿੱਦਾਂ 2 3 4 5 6 7 8 9 10 ਬਾਕੀ ਮੁੰਡਿਆਂ ਨੂੰ ਵਾਲਾ ਹਜੇ ਵੀ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਿ ਮੈਂ ਤਾਂ ਨਹੀਂ ਸੁਧਰਨਾ ਤੇ ਨਹੀਂ ਸੁਧਰਨਾ। ਇਸ ਸੁਧਰਨ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ ਤੁਸੀਂ। ਜਿਹੜੇ ਬੱਚੇ ਅੱਜ ਇਹ ਸੋਚ ਕੇ ਬੈਠੇ ਆ ਨਾ ਕਿ ਸਾਡੇ ਯਾਰ ਭਾਸ਼ਣ ਲਈ ਜਾਂਦਾ ਇਹਨਾਂ ਦਾ ਚੱਲ ਜਾਣਾ, ਜਦੋਂ ਇੱਕ ਬੰਦੇ ਦੀ ਮੌਤ ਹੁੰਦੀ ਹੈ ਨਾ ਸ਼ਮਸ਼ਾਨ ਘਾਟ ਕਿਹਨੂੰ ਨੂੰ ਪਤਾ ਕੀ ਹੁੰਦਾ? ਮੈਨੂੰ ਤਾਂ ਹੁਣ ਇੱਕ ਫੋਟੋ ਦਿਖਾਣਾ ਫੋਨ ਨਹੀਂ ਕਰਾ। ਜਦੋਂ ਇੱਕ ਬੰਦੇ ਦੀ ਅੱਛਾ ਕਿਹਨੂੰ ਬੱਚੇ ਨੂੰ ਪਤਾ ਕਿ ਮਰਨਾ ਸੱਚ ਹੈ, ਕਦੇ ਸਾਰਿਆਂ ਨੇ ਮਰਨਾ, ਸਾਰਿਆਂ ਨੂੰ ਇੱਕ ਦਿਨ ਮਰਨਾ ਹੀ ਮਰਨਾ ਸਾਰਾ। ਕਿਹਨੂੰ ਪਤਾ ਸੱਚ ਹੈ ਮਰਨਾ?
ਅਰੇ ਜਦੋਂ ਬੰਦਾ ਮਰਦਾ ਹੈ, ਤੁਸੀਂ ਕਿਹੜੇ ਕਿਹੜੇ ਬੰਦੇ ਗਵਾਏ ਕਿ ਜਦੋਂ ਬੰਦਾ ਮਰਦਾ ਉਹਨੂੰ ਅੱਗ ਕੌਣ ਲਾਉਂਦਾ? ਉਹਦੇ ਘਰ ਦੇ ਜਿਹੜੇ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੇ ਆ ਉਹੀ ਉਹਨੂੰ ਅੱਗ ਲਾਉਂਦੇ। ਮੰਨਦੇ ਹੋ ਕਿ ਨਹੀਂ? ਅੱਛਾ ਕਦੀ ਕਿਸੇ ਬੱਚੇ ਨੇ ਸੋਚਿਆ, ਮੈਂ ਆਪਣੇ ਤੇ ਗੱਲ ਕਰਦਾ, ਮੈਂ ਸਪੋਜ਼ ਮੈਂ ਦੂਜੀ ਕੰਟਰੀ ਦੇ ਵਿੱਚ ਗਿਆ ਤੇ ਉੱਥੇ ਮੇਰੀ ਡੈਥ ਹੋ ਗਈ, ਦੂਜੀ ਕੰਟਰੀ ਵਿੱਚ ਡੈਥ ਹੋ ਗਈ ਤੇ ਉੱਥੇ ਮੈਨੂੰ ਕੋਈ ਨਹੀਂ ਜਾਣਦਾ, ਉਹਨਾਂ ਨੂੰ ਪਤਾ ਨਹੀਂ ਕੌਣ ਆ ਮੈਂ ਰੋਡ ਤੇ ਪਿਆ ਤੜਪ ਰਿਹਾ ਤੇ ਕੋਈ ਮੈਨੂੰ ਉਠਾ ਨਹੀਂ ਰਿਹਾ, ਔਰ ਇਹ ਸੋਚਦੇ ਆ ਪਤਾ ਨਹੀਂ ਕੌਣ ਆ, ਪਤਾ ਨਹੀਂ ਕੌਣ ਆ, ਪਤਾ ਨਹੀਂ ਕੌਣ, ਔਰ ਮੈਂ ਉਹਦਾ ਤੜਪ ਕੇ ਮਰ ਗਿਆ। ਉੱਥੇ ਜਿਹੜੀ ਮੇਰੀ ਬੋਡੀ ਹੋਈ ਹੈ ਉਹਦਾ ਸੰਸਕਾਰ ਕੌਣ ਕਰਾਊਗਾ? ਰੋਜ਼ ਲੁਧਿਆਣੇ ਦੇ ਵਿੱਚ 5-7 ਬੰਦੇ ਐਸੇ ਮਰਦੇ ਆ ਜਿਨ੍ਹਾਂ ਦੇ ਅੱਗੇ ਪਿੱਛੇ ਕਰ ਲੈਣੇ ਹੁੰਦੇ, ਔਰ ਉਹਨਾਂ ਦੀ ਜਿਹੜੀ ਬੋਡੀ ਹੁੰਦੀ ਹੈ, ਆਹ ਸਰੀਰ ਜਿਹੜਾ ਤੁਸੀਂ ਸਵੇਰੇ ਤੇਲ ਲਾਉਂਦੇ ਉੱਠ ਕੇ, ਇਹ ਸਰੀਰ ਨੂੰ ਅੱਗ ਲਾਉਣ ਵਾਲਾ ਕੋਈ ਨਹੀਂ ਹੁੰਦਾ। ਔਰ ਸਾਡੇ ਭਾਈ ਸਾਹਿਬ ਹੈਗੇ ਆ, ਬੁਲਾਉਂਦੇ ਤੁਹਾਨੂੰ ਸਚਿਨ ਭਾਜੀ, ਆਜੋ ਭਾਜੀ ਇੱਧਰ ਦੇਖੋ, ਇੱਧਰ ਸੁਣੋ, ਇੱਧਰ ਸੁਣੋ ਤਾਂ ਲੋ, ਮਤਲਬ ਦੀ ਗੱਲ ਤੁਹਾਡੇ ਤੋਂ ਹੁਣ ਕਰਨੀ ਹੈ ਹਜੇ। ਬਿਹਾਰ ਸਾਈਡ ਤੋਂ ਆ ਕੇ ਕੋਈ ਬੰਦਾ ਮਰ ਗਿਆ, ਉਹਦੇ ਘਰ ਦੇ ਕੋਲ ਹੈ ਨਹੀਂ, ਸਪੋ ਓਬਵੀਅਸ ਹੀ ਗੱਲ ਹੈ ਕਿ ਉਹਨਾਂ ਦੇ ਵੀ ਮਾਂ-ਬਾਪ ਕੋਈ ਨਾ ਕੋਈ ਹੋਣੀ ਹੈ। ਜੇ ਹੁਣ ਇੱਕ ਦੁਨੀਆ ਦੇ ਵਿੱਚ ਬੰਦਾ ਘੁੰਮਦਾ ਪਿਆ ਉਹਦੇ ਮਾਂ-ਬਾਪ ਤਾਂ ਹੋਊਗੇ ਕਿ ਨਹੀਂ ਹੋਊਗੇ? ਕਿੱਥੇ ਹੋਊਗੇ ਉਹ ਅਲੱਗ ਗੱਲ ਹੈ। ਇਹ ਤਾਂ ਹੈ ਨਹੀਂ ਕੋਈ ਪੁੱਤਰੋਂ ਆਸਮਾਨ ਤੋਂ ਹੀ ਟਪਕ ਗਿਆ, ਨਹੀਂ ਹੋ ਸਕਦਾ ਨਾ। ਤਾਂ ਸਾਡੇ ਕੋਲ ਥੋੜੇ ਦਿਨ ਪਹਿਲਾਂ ਨਾ ਇੱਕ ਆ ਬੋਡੀ ਆਈ ਸੀ, ਇਹਦਾ ਨਾ ਸਿਰਫ ਸਿਰ ਰਹਿੰਦਾ ਸੀ, ਜਿਹੜਾ ਸਿਰ ਤੋਂ ਥੱਲੜਾ ਸਰੀਰ ਸੀ ਸਾਰਾ ਕੁੱਤੇ ਖਾ ਗਏ ਸੀ। ਔਰ ਸਾਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਪੰਜਾਬ ਪੁਲਿਸ ਚੋਂ ਕਿ ਭਾਜੀ ਇੱਕ ਬੋਡੀ ਹੈ, ਉਹਦਾ ਸੰਸਕਾਰ ਕਰਾਉਣਾ, ਔਰ ਉਹਦੀ ਲੱਕੜਾਂ ਵਾਸਤੇ ਵੀ 2300 ਰੁਪਇਆ ਹੈ ਨਹੀਂ, 2300 ਰੁਪਇਆ ਲੱਕੜਾਂ ਵਾਸਤੇ ਵੀ ਹੈ ਨਹੀਂ। ਤਾਂ ਜਿਹੜੇ ਆਪਣੇ ਬਾਰੇ ਮੈਂ ਤੁਹਾਨੂੰ ਬਾਅਦ ਦੱਸੂਗਾ ਕਿ ਮੈਂ ਕਰਾਉਣਾ ਸਾਡੀ NGO ਕਿੱਦਾਂ ਕੰਮ ਕਰਦੀ ਹੈ। ਫਿਰ ਅਸੀਂ ਆਪਣੇ ਭਾਜੀ ਨੂੰ ਫੋਨ ਕੀਤਾ ਕਿ ਭਾਜੀ 2300 ਰੁਪਇਆ ਜਾ ਕੇ ਉਹ ਲੱਕੜਾਂ ਵਾਸਤੇ ਉਹਨੂੰ ਦੇ ਕੇ ਆਓ, ਤੇ ਲੱਕੜਾਂ ਵਾਸਤੇ ਦੇ ਕੇ ਜਾ ਕੇ ਉਸ ਬੰਦੇ ਦਾ ਸੰਸਕਾਰ ਕਰਾਇਆ। ਭਾਜੀ ਮੈਂ ਥੋੜੀ ਦੇਰ ਚ ਕਰਦਾ, ਮੈਂ ਸਕੂਲ ਸੀਗਾ ਭਾਜੀ, ਮੈਂ ਸਕੂਲ ਸੀਗਾ, ਥੋੜੀ ਦੇਰ ਚ ਕਰਦਾ। ਆ ਬੰਦੇ ਦੇ ਹਾਲਾਤ ਸੀਗੇ, ਨਜ਼ਰ ਆ ਰਹੇ ਕਿ ਨਹੀਂ? ਸਿਰਫ ਸਿਰ ਹੈਗਾ, ਸਿਰ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ। ਔਰ ਇਹਦੀ ਬੋਡੀ ਇੱਕ ਪਾਰਕ 'ਚ ਪਈ ਰਹਿ ਗਈ ਸੀ, ਉਹ ਕਿਸੇ ਨੇ ਧਿਆਨ ਨਹੀਂ ਦਿੱਤਾ, ਔਰ ਪਾਰਕ ਦੇ ਵਿੱਚੋਂ ਉਹਨੂੰ ਜਿਹੜੇ ਆਵਾਰਾ ਕੁੱਤੇ ਹੁੰਦੇ ਉਹਨੂੰ ਖਾ ਗਏ। ਇਹ ਤਾਂ ਦਿਖਾ ਰਿਹਾ ਕਿ ਤੁਹਾਨੂੰ ਪਤਾ ਹੋਵੇ ਕਿ ਜਦੋਂ ਬੰਦੇ ਨੇ ਮਰਨਾ ਭੁਗਤਾਨ ਉਹਨੇ ਆਪਣੇ ਆਪ ਕਰਨੇ, ਨਾ ਤੁਹਾਡੇ ਮਾਪੇ ਨੇ ਕੋਲ ਖੜੇ ਹੋਣਾ ਤੇ ਨਾ ਤੁਹਾਡੇ ਭਰਾ ਨੇ ਕੋਲ ਖੜੇ ਹੋਣਾ। ਅੱਜ ਜਿਨ੍ਹਾਂ ਲਈ ਤੁਸੀਂ ਭੱਜੇ ਫਿਰਦੇ ਹੋ ਨਾ, ਜਿਹੜਾ ਮੁੰਡਾ ਆਪਣੀ ਸਿਸਟਰ ਨੂੰ ਨਹੀਂ ਪਿਆਰ ਕਰ ਸਕਦਾ, ਆਪਣੇ ਮਾਪੇ ਨਾਲ ਨਹੀਂ ਹੋ ਸਕਦਾ, ਤੁਹਾਡਾ ਕਿੱਥੋਂ ਹੋਊਗਾ? ਔਰ ਬਈ ਜਿਹੜੀ ਕੁੜੀ 20-22 ਸਾਲਾਂ ਚ ਆਪਣੇ ਮਾਪੇ ਦੀ ਨਹੀਂ ਹੋਈ, ਉਹ ਤੁਹਾਡੀ ਕਿੱਥੋਂ ਹੋ ਜਾਊਗੀ? ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ। ਆਹ ਇੱਕ ਹਿਊਮਨ ਬੋਡੀ ਹੈ ਜਿਹਦੇ ਅਸੀਂ ਬਹੁਤ ਮਾਣ ਕਰਦੇ ਹਾਂ। ਇਹ ਤੁਹਾਡੀ ਦਾ ਤਾਂ ਦਿਖਾ ਰਿਹਾ ਕਿ ਸ਼ਾਇਦ ਤੁਹਾਨੂੰ ਸਮਝ ਆ ਜਾਵੇ ਕਿ ਇਹ ਕੀ ਹੈ। ਇਹ ਬੰਦੇ ਦੀ ਸੱਚਾਈ ਹੈ। ਇਸ ਉਮਰ ਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਇਹ ਹੈਗੀਆਂ ਦਾ ਅਨਦਰ ਲੈਵਲ ਹੈ। ਵੱਡੀ ਉਮਰ ਦੇ ਬੰਦੇ ਨਾਲ ਗੱਲਾਂ ਕਰਨ ਵਾਲੀਆਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਜਦੋਂ ਇੱਕ ਘੁਮਿਆਰ ਭਾਂਡਾ ਬਣਾਉਂਦਾ ਹੁੰਦਾ ਹੈ, ਭਾਂਡਾ ਘੁਮਿਆਰ ਕਿਹਨੂੰ ਪਤਾ ਭੈਣੋ, ਜਿਹੜਾ ਇੱਕ ਘੁਮਿਆਰ ਹੁੰਦਾ ਉਹ ਇੱਕ ਭਾਂਡਾ ਬਣਾ ਰਿਹਾ ਹੁੰਦਾ ਤੇ ਉਹਦੀ ਸ਼ੇਪ ਖਰਾਬ ਹੋ ਜਾਂਦੀ ਹੈ ਬਣਾਉਂਦੇ ਬਣਾਉਂਦੇ ਗਿੱਲੀ, ਤਾਂ ਉਹਨੂੰ ਇਹ ਸਹੀ ਕਰ ਸਕਦਾ। ਪਰ ਜੇ ਭਾਂਡਾ ਸੁੱਕ ਜਾਵੇ, ਸੁੱਕ ਕੇ ਠੀਕ ਕਰ ਸਕਦਾ? ਫਿਰ ਉਹ ਟੁੱਟਣਾ ਹੀ ਟੁੱਟਣਾ। ਤਾਂ ਉਹੀ ਸਾਰੇ ਤੁਸੀਂ ਬੱਚੇ ਹੋ, ਹਜੇ ਛੋਟੇ ਹੋ, ਜੇ ਕੁਝ ਬਣ ਗਏ ਤਾਂ ਬਹੁਤ ਠੀਕ ਹੈ, ਪਰ ਜੇ ਕਿਤੇ ਖਰਾਬੀ ਕਿਤੋਂ ਰਹਿ ਗਈ ਸਾਰੀ ਜ਼ਿੰਦਗੀ ਪਛਤਾਓਗੇ ਕਿ ਮੈਂ ਕਿੱਥੇ ਖੜੀ ਰਹੀ। ਅਰੇ ਦਵਾਈ ਕਿੱਥੇ ਟਾਕੇ ਨਹੀਂ ਚਲਾਏ, ਕੀ ਬਾਤ ਭਾਈ। ਤੂੰ ਇਧਰ ਸਪਟਾ ਕਿੱਥੇ ਚਲਾਏ ਭਾਈ? ਕਿੰਨੇ ਕੇ ਪਟਾਕੇ ਚਲਾ दिए? ਕਿੰਨੇ ਕਿੰਨੇ ਨੇ? 1600 ਮੈਂ ਕਿ ਜੀਵਨ ਟੋਟਲ ਜੀਵਨ ਕਿੰਨੀ ਹੁੰਦੀ ਹੈ? 2 ਜੀਰੋ। 1600 ਦੇ ਪਟਾਕੇ ਕਿੰਨੇ ਲੱਗੇ ਬੱਚੇ? ਜੀ ਪਾਪਾ ਨੇ ਲੱਗੇ। ਅੱਛਾ ਕਿਹੜੇ ਕਿਹੜੇ ਬੱਚੇ ਇੱਥੇ ਮੰਨਦਾ ਕਿ ਤੁਹਾਡੇ ਵਿੱਚੋਂ ਹੀ, ਮੈਂ ਬਾਹਰ ਦੀ ਗੱਲ ਨਹੀਂ ਕਰੂੰਗਾ, ਤੁਹਾਡੇ ਵਿੱਚੋਂ ਹੀ ਕੁਝ ਏਦਾਂ ਦੇ ਬੱਚੇ ਬੈਠੇ ਆ ਜਿਨ੍ਹਾਂ ਦੇ ਕੋਲ ਇੱਕ ਸਵੈਟਰ ਲੈਣ ਵਾਸਤੇ ਵੀ ਕਦੇ ਕਦੇ ਪੈਸੇ ਨਹੀਂ ਹੁੰਦੇ? ਤੁਹਾਡੇ 'ਚ ਬੱਚੇ ਹੈਗੇ ਓਦਾਂ ਦੇ? ਬੋਲ ਕੇ ਦੱਸੋ, ਹੈਗੇ?
ਕਈ ਵਾਰ ਐਸੇ ਬੱਚੇ ਹੈਗੇ ਕਿ ਜਿਨ੍ਹਾਂ ਦੇ ਘਰ ਕਈ ਵਾਰ ਖਾਣ ਪੀਣ 'ਚ ਵੀ ਦਿੱਕਤ ਆ ਜਾਂਦੀ ਹੈ, ਘਰ ਦੇ ਹਾਲਾਤ ਐਸੇ ਹੋਣ, ਕਈ ਬੱਚੇ ਬੈਠੇ ਆ। ਦੇਖੋ ਮੈਂ ਬਾਹਰੋਂ ਨਹੀਂ ਕੁਝ ਨਹੀਂ ਲੈ ਕੇ, ਮੈਂ ਤੁਹਾਡੇ ਵਿੱਚੋਂ ਹੀ ਬੁਲਵਾ ਰਿਹਾ ਕਿ ਤੁਹਾਡੇ ਹਾਲਾਤ ਜੋ ਹੈ। ਇੱਕ ਬੱਚੇ ਨੂੰ ਮੈਂ ਤਾਂ ਖੜਾ ਕਰਕੇ ਨਹੀਂ ਪੁੱਛ ਰਿਹਾ, ਫਿਰ ਉਹ ਚੰਗਾ ਨਹੀਂ ਲੱਗਣਾ, ਤਾਂ ਮੈਂ ਸਾਰੇ ਇਕੱਠੇ ਹੋ ਪੁੱਛ ਰਿਹਾ। ਰੋਟੀ ਦੀ ਤਾਂ ਬਹੁਤ ਗੱਲ ਛੋਟੀ ਹੈਗੀ। ਮੇਰੀ ਉਮਰ ਹੈ 22 ਸਾਲ, ਮੇਰਾ ਨਾਮ ਹੈ ਮੋਹਨ ਕੁਆਤਰਾ। ਅੱਜ ਤੋਂ 2-3 ਸਾਲ ਪਹਿਲਾਂ ਮੈਂ ਇੱਕ NGO ਖੋਲ੍ਹੀ ਸੀ ਜਿਹਦਾ ਨਾਮ ਹੈਗਾ ਵੀ ਡੂ ਨਾਟ ਐਕਸੈਪਟ ਮਨੀ ਔਰ ਥਿੰਗਸ। ਹਸਪੀਟਲਾਂ ਵਿੱਚ ਜਾ ਕੇ ਮਾਵਾਂ ਦਾ ਦਰਦ ਦੇਖਣਾ ਕਿ ਉਹਦਾ ਬੱਚਾ ਕਿੱਦਾਂ ਮੌਤ ਨਾਲ ਤੜਪ ਰਿਹਾ ਔਰ ਜ਼ਿੰਦਗੀ ਮੰਗ ਰਿਹਾ, ਪਰ ਉਹਨਾਂ ਕੋਲ ਇੰਨੇ ਪੈਸੇ ਹੈ ਨਹੀਂ ਕਿ ਉਹ ਬੱਚੇ ਦਾ ਇਲਾਜ ਕਰਾ ਸਕਣ। ਆਪਾਂ ਇੱਕ ਐਗਜ਼ਾਮਪਲ ਸ਼ੇਅਰ ਕਰਦੇ ਹਾਂ ਕਿ ਸਪੋਜ਼ ਇੱਕ ਬੱਚਾ ਹੈ ਛੋਟਾ ਜਿਹਾ, ਉਹਦੇ ਸੱਟ ਲੱਗ ਗਈ ਤਾਂ ਡਾਕਟਰ ਕਹਿੰਦਾ ਕਿ 10,000 ਰੁਪਏ ਲੱਗੂਗਾ, ਇਹ ਬੱਚਾ ਬਚ ਜਾਊਗਾ, ਨਹੀਂ ਤਾਂ ਬੱਚੇ ਨੇ ਮਰ ਜਾਣਾ। ਉਹਦੇ ਮਾਂ-ਬਾਪ ਵਿਚਾਰੇ ਬਹੁਤ ਗਰੀਬ, ਉਹਨਾਂ ਕੋਲ ਪੈਸੇ ਹੈ ਨਹੀਂ, ਤਾਂ ਹੁਣ ਬੱਚੇ ਦਾ ਕੀ ਬਣੂਗਾ? ਕੌਣ ਚਾਹੁੰਦਾ ਹੈ, ਕਿਹਨੂੰ ਲੱਗਦਾ ਕਿ ਯਾਰ ਬਾਈ ਬੱਚਾ ਮਾਰ ਦੇਵੇ, ਕੋਈ ਚੱਕਰ ਨਹੀਂ, ਚਾਹੁੰਦੇ ਬੱਚਾ ਬਚ ਜਾਵੇ। ਚਲੋ ਜੇ ਆਪਾਂ ਇਹ ਪਟਾਕੇ ਚਲਾਏ 1600 ਦੇ, ਜਿਵੇਂ ਇਹਨੂੰ ਕਹਾਂ ਕਿ ਬਾਈ ਤੂੰ ਪਟਾਕੇ ਇਸ ਵਾਰੀ ਰਹਿਣ ਦੇ, ਉਸ ਮਾਂ ਨੂੰ 10,000 ਰੁਪਏ ਜਿਹਨੂੰ ਲੋੜ ਹੈ ਉਹਨੂੰ 1600 ਰੁਪਏ ਦੇ ਦੇ, ਜਾਂ ਕਰ 1000 ਰੁਪਏ ਦੇ ਦੋ, ਉਸ ਮਾਂ ਕੋਲ ਕਿੰਨੇ ਪੈਸੇ ਘੱਟ ਗਏ ਹੋਣਗੇ? ਹੁਣ ਬਾਈ ਦੇ ਦੇਣਾ ਆਪਣੇ ਪੈਸੇ, ਜੇ ਉਹ ਮਾਂ ਦਾ ਬੱਚਾ ਬਚ ਜਾਊਗਾ, ਫਿਰ ਨਹੀਂ ਤਾਂ ਉਹਨੇ ਡੈਥ ਹੋ ਜਾਣੀ, ਪਟਾਕੇ ਤੋਂ ਲੀਗਲ ਚਲਾ ਗਈ, ਦੇ ਦੇਣਾ ਪੱਕਾ। ਆਪਾਂ ਇਹਨੇ ਬੱਚੇ ਬੈਠੇ ਨੇ ਸਾਰੇ 10-10 ਰੁਪਏ ਉਸ ਮਾਂ ਨੂੰ, ਕੌਣ 10-10 ਰੁਪਏ ਦੇਣ ਲਈ ਤਿਆਰ ਹੈ ਕਿ 10 ਰੁਪਏ ਤਾਂ ਮੈਂ ਦੇ ਦੂੰਗੀ। ਦੇਖੋ ਜਦੋਂ ਬੱਚੇ ਦੇ ਮੇਲੇ ਦੇ ਅਕਾਊਂਟ ਨੂੰ ਇਹ ਨਹੀਂ ਹੱਥ ਖੜਾ ਸੀ, ਹੁਣ ਤੁਹਾਡੇ ਅੰਦਰ ਦਰਦ ਜਾਗ ਪਿਆ ਕਿ ਯਾਰ ਉਹ ਬੱਚਾ ਬਚਣਾ ਚਾਹੀਏ। ਤੁਹਾਨੂੰ ਪਤਾ ਤੁਹਾਡੇ ਸਾਰੇ ਦੇ 10-10 ਰੁਪਏ ਦੇ ਨਾਲ ਬੱਚਾ ਬਚ ਸਕਦਾ, ਔਰ ਤੁਸੀਂ ਸਾਰੇ ਬਚਾਉਣਾ ਵੀ ਚਾਹੁੰਦੇ ਹੋ, ਫਿਰ ਵੀ ਉਹ ਬੱਚਾ ਮਰ ਗਿਆ। ਕਿਉਂ ਮਰ ਗਿਆ? ਕਿਉਂ ਬੱਚਾ ਮਰ ਗਿਆ? ਕਿਉਂਕਿ ਤੁਸੀਂ ਸਾਰਿਆਂ ਨੇ ਹੱਥ ਤਾਂ ਖੜੇ ਕਰਕੇ 10-10 ਰੁਪਏ ਦੇਣ ਲਈ, ਪਰ ਜਦੋਂ ਲੋੜ ਪੈਣੀ ਤੁਹਾਨੂੰ ਬੁਲਾਇਆ ਜਾਣਾ ਤੁਸੀਂ ਨਹੀਂ ਆਉਣਾ। ਕਿਹੜਾ ਬੱਚਾ ਆ ਜਾਊਗਾ? ਪੱਕਾ ਆ ਜਾਊਗਾ? ਫਿਰ ਮੈਂ ਸੋ ਕਰਕੇ ਮਾਂ ਨੂੰ ਕਹਿੰਦਾ ਕਿ ਤੇਰਾ ਬੱਚਾ ਅੱਜ ਬਚ ਜਾਊਗਾ, ਤਿਆਰ ਹੋ? ਤਾਂ ਐਦਾਂ ਹੀ ਅਸੀਂ ਕੰਮ ਕਰ ਰਹੇ, ਜਿੱਦਾਂ ਤੁਸੀਂ ਸਾਰਿਆਂ ਨੇ ਹੱਥ ਖੜਾ ਕੀਤਾ ਨਾ, ਐਦਾਂ ਹੀ ਪੂਰੀ ਦੁਨੀਆ ਦੇ ਵਿੱਚ ਸਾਡੇ ਕੋਲ ਸਾਡੀ ਜਾਨਾਂ ਜੁੜੀਆਂ ਹੋਈਆਂ। ਮੈਂ ਡੇਲੀ ਬਿਲ ਨਾਗਾ ਰੈਗੂਲਰ 3 ਸਾਲਾਂ ਤੋਂ DMC ਹਸਪੀਟਲ ਦੇ ਵਿੱਚ ਮਿਲਦਾ, ਰਾਤੀ 8 ਤੋਂ 10। ਜਨਮ ਦਿਨ ਹੋਵੇ, ਨਵਾਂ ਸ਼ਹਿਰ ਹੋਵੇ, ਨਵਾਂ ਸਾਲ ਹੋਵੇ, ਬਰਥਡੇ ਹੋਵੇ, ਕੁਝ ਵੀ ਹੋਵੇ, ਮੈਂ ਹਸਪੀਟਲ ਦੇ ਵਿੱਚ ਹੀ ਮਿਲੂਗਾ ਰਾਤੀ 8 ਤੋਂ 10। ਤਾਂ ਮੇਰੇ ਕੋਲ ਨਹੀਂ ਦੇਖਿਆ ਜਾਂਦਾ ਹੈ ਕਿ ਮਾਵਾਂ ਆ ਕੇ ਰੋ ਰਹੀਆਂ ਕਿ ਉਹਨਾਂ ਦਾ ਬੱਚਾ ਬਚਾ ਲਓ, ਕਿਸੇ ਦਾ ਬ੍ਰਦਰ ਬਚਾ ਲਓ, ਕਿਸੇ ਦੇ ਡੈਡੀ ਬਚਾ ਲਓ, ਪਰ ਮੈਨੂੰ ਇਹ ਵੀ ਮਨਜ਼ੂਰ ਨਹੀਂ ਸੀਗਾ ਕਿ ਮੈਂ ਤੁਹਾਡੇ ਸਾਰਿਆਂ ਕੋਲ ਪੈਸੇ ਇਕੱਠੇ ਕਰਕੇ ਜਾ ਕੇ ਉਹਨੂੰ ਦੇਵਾਂ। ਕਿਉਂਕਿ ਕਈ ਵਾਰ ਮੇਰੇ ਵਿੱਚ ਲੋਕ ਕਹਿੰਦੇ ਨਾ ਖਾ ਗਿਆ, ਕਰ ਗਿਆ, ਉਹ ਕਰ ਗਿਆ, ਤਾਂ ਫਿਰ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ, ਮੈਂ ਕਿਹਾ ਜੀ ਜਿਹੜਾ ਸੇਵਾ ਕਰਨਾ ਚਾਹੁੰਦਾ, ਸਪੋਜ਼ ਇਹ ਬੰਦਾ ਸੇਵਾ ਕਰਨਾ ਚਾਹੁੰਦਾ ਔਰ ਇਹਨੂੰ ਚਾਹੀਦੀ ਹੈ, ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਭਾਈ ਫਲਾਣੇ ਸ਼ਹਿਰ ਦੇ ਵਿੱਚ ਲੋੜ ਹੈਗੀ ਹੈ ਇਹਨੂੰ, ਤੇ ਤੇਰੇ ਘਰ ਦੇ ਕੋਲ ਹੀ ਹਸਪੀਟਲ ਤੂੰ ਦੇ ਦੇਗਾ? ਕਹਿੰਦਾ ਹਾਂਜੀ ਮੈਂ ਦੇ ਦੇਣਾ। ਤਾਂ ਇਹ ਜਾ ਕੇ ਉਹਨੂੰ ਪੈਸੇ ਦੇ ਆਇਆ। ਏਦਾਂ ਹੀ ਅਸੀਂ ਸਾਰੇ ਨੂੰ ਫੋਨ ਕੀਤਾ, ਕੋਈ 1000 ਦੇ ਆਇਆ, ਕੋਈ 2000 ਦੇ ਆਇਆ, ਕੋਈ 5000 ਦੇ ਆਇਆ, ਉਹਦਾ ਬੱਚਾ ਬਚ ਗਿਆ। ਏਦਾਂ ਕਰਦੇ ਅਸੀਂ ਰੋਜ਼ ਦੇ 20-25 ਪੇਸ਼ੈਂਟ ਦੀ ਬਚਾਉਂਦੇ ਡੇਲੀ। 20-25 ਪੇਸ਼ੈਂਟ ਮਤਲਬ 20 ਪੇਸ਼ੈਂਟ 10,000 ਸਾਰਿਆਂ ਨੂੰ ਕਿੰਨੇ ਹੋ ਗਏ? 2 ਲੱਖ ਰੁਪਏ ਰੋਜ਼ ਦਾ। ਸਾਡੇ ਕੰਮ ਕਰਨ ਦਾ ਤਰੀਕਾ ਕਿ ਜਿਹਨੇ ਸੇਵਾ ਕਰਨੀ ਆ ਉਹ ਸਿੱਧਾ ਹਸਪੀਟਲ ਆਵੇ ਤੇ ਹੈਲਪ ਕਰ ਦੇਵੇ, ਨਾ ਕਿ ਮੈਨੂੰ ਦੇਵੇ ਮੇਰੇ ਅਕਾਊਂਟ 'ਚ ਪਾਵੇ। ਤਾਂ ਕਿਹੜਾ ਬੱਚਾ ਇਸ ਵਾਰੀ ਪਟਾਕੇ ਨਹੀਂ ਚਲਾਊਗਾ, ਪੈਸੇ ਖਰਾਬ ਨਹੀਂ ਕਰੂਗਾ, ਕਿਸੇ ਦੀ ਹੈਲਪ ਲਈ ਯੂਜ਼ ਕਰੂਗਾ। ਪੱਕਾ? ਪਟਾਕੇ ਚਲਾ ਕੇ ਕੀ ਮਿਲ ਗਿਆ? ਕਿ ਆ ਪੇੜ ਵੱਡਾ ਹੋ ਗਿਆ ਪਟਾਕੇ ਚਲਾ ਕੇ? ਜਦੋਂ ਪਟਾਕੇ ਚਲਾਏ ਹੋਣਗੇ ਪੇੜ ਨੂੰ ਖੁਸ਼ੀ ਮਿਲੀ ਹੋਊਗੀ? ਕਿਉਂ? ਵਾਯੂ ਦੂਸ਼ਿਤ ਹੁੰਦੀ ਹੈ, ਵਾਯੂ ਪ੍ਰਦੂਸ਼ਣ ਹੁੰਦੀ ਹੈ, ਪਰ ਫਿਰ ਵੀ ਅਸੀਂ ਚਲਾਉਂਦੇ ਹਾਂ। ਇਸ ਵੇਲੇ ਤਾਂ ਚਲਾਏਗਾ, ਕਿਉਂ ਚਲਾਉਂਦੇ ਨਹੀਂ? ਚਲਾਉਂਦੇ ਨਹੀਂ? ਸ਼ਾਬਾਸ਼, ਬੈਠੋ। ਚਲਾਏਗਾ ਨਾ? ਪੱਕਾ? ਬੈਠੋ, ਮੈਂ ਪੁੱਛੂਗਾ ਘਰ ਆ ਕੇ। ਬੈਠੋ। ਕਿਆ ਬਾਤ ਹੈ ਬਾਈ, ਪਟਾਕੇ ਨਹੀਂ ਚਲਾਣੇ ਹੁਣ। ਬਾਕੀ ਕੀ ਹੀ ਹੈ ਜਿਹੜਾ ਮੰਨ ਗਏ, ਕਿ ਨਹੀਂ ਮੰਨ ਗਿਆ? ਪੱਕਾ? ਦੇਖੋ ਮੈਂ ਜੋ ਵੀ ਕਹਿ ਰਿਹਾ ਤੁਹਾਡੀ ਭਲਾਈ ਨਹੀਂ ਕਹਿ ਰਿਹਾ ਕਿ ਕੱਲ ਨੂੰ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਹੈਗਾ, ਕਿ ਇੱਕ ਜਿਹੜਾ ਬੈਗ ਤੁਸੀਂ ਨਾਲ ਚੱਕਿਆ ਹੋਇਆ ਉਹਦੇ ਵਿੱਚ ਚੰਗੇ ਕਰਮ ਇਕੱਠੇ ਕਰ ਲਓ, ਕੱਲ ਨੂੰ ਤੁਹਾਡੇ ਉਹ ਕੰਮ ਆਉਣੇ ਆ।
ਕੱਲ ਨੂੰ ਕੁਝ ਬਣ ਜਾਓਗੇ ਜ਼ਿੰਦਗੀ 'ਚ। ਅੱਜ ਦੇ ਲੈਕਚਰ 'ਚ ਨਾ ਮੈਨੂੰ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਮੇਰੀ ਯਾਦ ਰੱਖਣੀ, ਇੱਕੋ ਗੱਲ ਯਾਦ ਰੱਖਣੀ ਹੈ ਕਿ ਵੀਰੇ ਨੇ ਕਿਹਾ ਸੀ ਜਿਹੜੀ ਚੀਜ਼ ਦੇ ਮਗਰ ਤੁਸੀਂ ਅੱਜ ਭੱਜ ਰਹੇ ਹੋ ਨਾ, ਕੱਲ ਨੂੰ ਉਹ ਫਾਲਤੂ ਚਲਾਉਣੀ ਹੈ। ਜਿਹੜੀ ਚੀਜ਼ ਦੇ ਮਗਰ ਤੁਸੀਂ ਅੱਜ ਭੱਜ ਰਹੇ ਹੋ, ਕੱਲ ਨੂੰ ਫਾਲਤੂ ਚਲਾਉਣੀ ਹੈ। ਬਸ ਉਹ ਟਾਈਮ ਦੀ ਉਡੀਕ ਕਰੋ ਤੇ ਮਿਹਨਤ ਜਾਰੀ ਰੱਖੋ। ਘਰ ਦੀ ਛੱਤ ਤੇ ਬਹਿ ਕੇ ਨਾ ਤੁਹਾਡੇ ਕੋਲ ਮੁੰਡਿਆਂ ਦੀ ਲਿਸਟ ਬਣ ਜਾਊਗੀ, ਮੁੰਡਿਆਂ ਦੀ ਲਿਸਟ, ਔਰ ਮੁੰਡੇ ਤਰਸੂਗੇ ਕਿ ਇਸ ਘਰ ਸਾਡੀ ਧੀ ਆ ਜਾਵੇ, ਇਹ ਧੀ ਸਾਡੇ ਘਰ ਆ ਜਾਵੇ, ਕਿਉਂਕਿ ਤੁਸੀਂ ਬਾਣੀ ਇੰਨੇ ਚੰਗੇ ਆ। ਘਰ ਦੇ ਵਿੱਚ ਨਾ ਦੋ ਭੈਣਾਂ ਆਉਂਦੀਆਂ, ਇੱਕ ਛੋਟੀ ਇੱਕ ਵੱਡੀ। ਤਾਂ ਛੋਟੀ ਦੀ ਨਾ ਘਰੇ ਕੰਪਲੇਂਟ ਆ ਜਾਂਦੀ ਹੈ ਵੱਡੀ ਨੂੰ ਕਿ ਹਾਂ ਜੀ ਤੇਰੀ ਭੈਣ ਏਦਾਂ ਦੀ ਹੈ। ਤਾਂ ਛੋਟੀ ਕੀ ਕਹਿੰਦੀ ਹੈ ਪਤਾ ਕੀ ਕਹਿੰਦੀ? ਛੋਟੀ ਵੱਡੀ ਨੂੰ ਸਮਝਾਉਣ ਲੱਗਦੀ ਹੈ ਕਿ ਨਹੀਂ ਨਹੀਂ ਭੈਣੇ ਏਦਾਂ ਨਾ ਕਰਦਾ। ਛੋਟੀ ਕੀ ਕਹਿੰਦੀ? ਪਹਿਲਾਂ ਆਪਣੇ ਲੱਛਣ ਦੇਖ ਲੈ, ਮੈਨੂੰ ਫਿਰ ਸੁਧਾਰ। ਸਹੀ ਗੱਲ ਹੈ, ਕਿਉਂਕਿ ਛੋਟੀ ਨੂੰ ਪਤਾ ਹੁੰਦਾ ਕਿ ਅਸੀਂ ਵੱਡੀ ਕੀ ਕਰ ਰਹੀ ਹੈ। ਉਹੀ ਗੱਲ ਸੀ ਵੱਡੇ ਬੱਚਿਆਂ ਦੀ। ਇਹ ਵੱਡੇ 10ਵੀਂ ਵਾਲੇ ਜੋ ਕਰ ਰਹੇ, 9ਵੀਂ ਵਾਲੇ ਨੂੰ ਹੀ ਦੇਖਣਾ, 9ਵੀਂ ਵਾਲੇ ਜੋ ਕਰ ਰਹੇ 8ਵੀਂ ਵਾਲਿਆਂ ਨੂੰ ਦੇਖਣਾ। ਜਿੰਨੀ ਅਕਲ ਜਿੰਨੀ ਇੱਜ਼ਤ ਅਸੀਂ ਆਪਣੇ ਟੀਚਰ ਨੂੰ ਦੇ ਰਹੇ ਹਾਂ, ਉਨੀ ਕੋਈ ਛੋਟਿਆਂ ਨੂੰ ਦੇ ਰਹੇ ਹਾਂ। ਉਸ ਹਿਸਾਬ ਨਾਲ ਇੱਜ਼ਤ ਦਿਓ। ਕਿੰਨੀ ਕਿੰਨੀ ਉਮਰ ਦੇ ਬੈਠੇ ਹੋ ਤੁਸੀਂ ਉੱਥੇ? 17 16 ਸਾਲ ਦੇ ਬੈਠੇ ਹੋ। ਆਪਾਂ ਮੰਨ ਲਿਆ 15 ਸਾਲ ਦਾ ਤੁਸੀਂ ਇੱਥੇ ਕੋਈ ਬੈਠਾ। ਇੱਕ ਬੰਦੇ ਦੀ ਉਮਰ ਕਿੰਨੀ ਹੈ ਅੱਜ ਕੱਲ੍ਹ? ਵੱਧ ਤੋਂ ਵੱਧ 60 ਸਾਲ ਬੋਨਸ ਪਾ ਕੇ 70 ਲਾ ਲਓ। 70 ਤੋਂ ਉੱਪਰ ਤਾਂ ਨਹੀਂ ਟੱਪਦਾ ਪਿਆ। ਆਪਾਂ ਮੰਨ ਲੈਂਦੇ 60 ਸਾਲ ਐਵਰੇਜ ਉਮਰ ਹੈ। 60 ਸਾਲ ਦੇ ਵਿੱਚੋਂ ਇੱਕ ਦਿਹਾੜੀ ਦੇ ਵਿੱਚ ਕਿੰਨੇ ਘੰਟੇ ਹੁੰਦੇ ਆ? ਇੱਕ ਦਿਹਾੜੀ ਦੇ ਵਿੱਚ ਕਿੰਨੇ ਘੰਟੇ ਹੁੰਦੇ ਆ? ਇੱਕ ਦਿਹਾੜੀ ਦੇ 8 ਘੰਟੇ ਹੁੰਦੇ। 24 ਦੇ ਵਿੱਚੋਂ ਕਿੰਨੇ ਘੰਟੇ ਸੌਂਦੇ ਹੋ? 12 8 ਜਿਹੜੇ ਦੁਪਹਿਰੇ ਸੌਂਦੇ ਹੋ ਜਾ ਕੇ ਸੌਂਦੇ ਹੋ। ਘਰ ਦੇ ਕੰਮ ਨੂੰ ਕਾਫੀ ਹੁੰਦੇ ਆ। ਮੈਨੂੰ ਪਤਾ ਕਿੰਨਾ ਕੰਮ ਕਰਦਾ। ਮੇਰੀ ਵੀ ਘਰੇ ਭੈਣ ਹੈ। ਪਾਣੀ ਦਾ ਗਲਾਸ ਕਹਿ ਲਓ 3600 ਦਾ ਗਲਾਸ ਬਣਾਓ ਫਿਰ ਜਾ ਕੇ ਪਾਣੀ ਹੋਊਗੀ। ਮੈਨੂੰ ਪਤਾ ਕਿੰਨਾ ਕੰਮ ਕਰਦਾ। ਇੱਕ ਦਿਹਾੜੀ ਦੇ ਵਿੱਚ 24 ਘੰਟੇ ਹੁੰਦੇ ਆ। 12 ਘੰਟੇ ਤੁਸੀਂ ਸੌ ਕੇ ਗਵਾ ਦਿਓ, 12 ਰਹਿ ਗਏ। 60 ਸਾਲ ਬੰਦੇ ਦੀ ਉਮਰ ਹੈ। 60 ਦੇ ਵਿੱਚੋਂ 30 ਤਾਂ ਸੌ ਕੇ ਗਵਾਉਣੇ ਆ, 30 ਰਹਿ ਗਏ। 30 ਦੇ ਵਿੱਚੋਂ 15 ਤੁਹਾਡੇ ਲੰਘੇ, ਕਿੰਨੇ ਰਹਿ ਗਏ? ਬਸ ਇੰਨਾ ਕੁ ਟਾਈਮ ਰਹਿ ਗਿਆ ਜ਼ਿੰਦਗੀ ਸਾਡੀ। ਔਰ ਅਸੀਂ ਕਰਨਾ ਕਿੰਨਾ ਕੁਛ? ਆਪਣੇ ਮਾਂ-ਬਾਪ ਨੂੰ ਵੀ ਖੁਸ਼ ਨਸੀਬਾਂ ਸੀ, ਉਹਨਾਂ ਨੂੰ ਵੀ ਪ੍ਰਾਊਡ ਫੀਲ ਕਰਾਉਣਾ, ਆਪਣੇ ਆਪ ਨੂੰ ਵੀ ਪ੍ਰਾਊਡ ਫੀਲ ਕਰਾਉਣਾ। ਜ਼ਿੰਦਗੀ 'ਚ ਕਰਨਾ ਕੀ ਕੁਛ ਹੈ? ਤੁਹਾਡਾ ਫੇਵਰੇਟ ਕੌਣ ਆ? ਫੇਵਰੇਟ ਦੱਸੋ ਆਪਣਾ ਕੌਣ ਆ ਫੇਵਰੇਟ? ਕਿਹਦੇ ਵਰਗਾ ਬਣਨਾ ਚਾਹੁੰਦੇ ਹੋ? ਕੋਈ ਫੇਵਰੇਟ ਹੈਗਾ? ਹਾਂਜੀ ਹੈਗਾ ਕੋਈ ਫੇਵਰੇਟ? ਕੌਣ? ਕਿਹਦੇ ਵਰਗਾ ਬਣਨਾ ਚਾਹੁੰਦੇ ਹੋ? ਹਾਂਜੀ ਬੇਟਾ। ਜੋ ਆਸਟ੍ਰੇਲੀਆ ਦਾ ਕ੍ਰਿਕਟਰ ਹੈਗਾ ਜੀ ਸ਼ੇਨ ਵਾਟਸਨ। ਅੱਛਾ, ਉਹਦੇ ਵਰਗਾ ਕਿਉਂ ਬਣਨਾ ਚਾਹੁੰਦੇ ਹੋ? ਜੀ ਵਧੀਆ ਲੱਗਦਾ। ਵਧੀਆ ਕਿੱਦਾਂ? ਦੇਖਣ 'ਚ ਵਧੀਆ ਲੱਗਦਾ? ਜੀ ਦੋਨਾਂ 'ਚ ਜੀ ਕੀ ਖਾਸ ਗੱਲ? 'ਚ ਜੀ ਜਿਹਨੂੰ ਖੇਡਦਾ ਜੀ ਉਹਦਾ ਵਿਵਹਾਰ ਵੀ ਜੀ। ਅੱਛਾ, ਵਿਵਹਾਰ ਬਾਰੇ ਕਿੱਦਾਂ ਜਾਣਦੇ ਹੋ ਤੁਸੀਂ? ਗੱਲ ਕੋਈ ਹੁੰਦੀ ਉਹਦਾ? ਨਹੀਂ ਜੀ ਪਸੰਦ ਕਰਦੇ ਜੀ। ਨਹੀਂ ਮੈਂ ਉਹੀ ਪੁੱਛਦਾ ਤੁਸੀਂ ਕਿਸ ਹਿਸਾਬ ਨਾਲ ਪਸੰਦ ਕਰਦੇ ਹੋ? ਹੁਣ ਪਸੰਦ ਇੱਕ ਮੁੰਡਾ ਖੜਾ ਤੇ ਵਧੀਆ ਬਾਲ ਬਣਾ ਕੇ ਵਧੀਆ ਟੌਰ ਕੱਢ ਕੇ ਤੁਸੀਂ ਉਹਨੂੰ ਹੀ ਪਸੰਦ ਕਰਦੇ ਹੋ। ਇੱਕ ਪਾਸੇ ਵਿਚਾਰਾ ਮੇਰੇ ਵਰਗਾ ਤੇਲ ਲਾ ਕੇ ਗੱਬੇ ਜੀਰ ਕੱਢ ਕੇ ਖੜਾ ਹੈ। ਦੋਨਾਂ ਚੋਂ ਤੁਸੀਂ ਪਸੰਦ ਕਿਹਨੂੰ ਕਰੋ? ਜ਼ਿਆਦਾ ਜ਼ਰੂਰੀ ਹੈਗਾ ਜੀ ਉਹਦੇ ਬਾਲ ਹੀ ਵਧੀਆ। ਉਹੀ ਤਾਂ ਮੈਂ ਤੁਹਾਨੂੰ ਪੁੱਛ ਰਿਹਾ। ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਉਸ ਬੰਦੇ 'ਚ ਕੀ ਪਸੰਦ ਕੀਤਾ। ਤੁਸੀਂ ਕਿਹਾ ਜੀ ਦੇਖਣ 'ਚ ਵੀ ਵਧੀਆ। ਦੇਖਣ ਵਾਲੀ ਚੀਜ਼ ਤਾਂ ਸਿਰਫ ਉਦੋਂ ਤੱਕ ਜਦੋਂ ਤੱਕ ਬੁਢਾਪਾ ਨਹੀਂ ਆਉਂਦਾ। ਬੁਢਾਪੇ ਤੋਂ ਬਾਅਦ ਉਹ ਚੀਜ਼ ਖਤਮ ਹੈ। ਤੁਸੀਂ ਉਹ ਬੰਦੇ ਦੇ ਵਿੱਚ ਖਾਸ ਗੱਲ ਕੀ ਦੇਖੀ ਕਿ ਉਹ ਪਸੰਦ ਆ ਗਿਆ? ਖੇਡਣ ਦਾ ਢੰਗ। ਖੇਡਣ ਦਾ ਢੰਗ ਵਧੀਆ ਲੱਗਾ। ਤੁਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹੋ? ਕੀ ਕਰਦਾ ਉਹ? ਜੀ ਆਲ ਰਾਊਂਡਰ। ਕ੍ਰਿਕਟ 'ਚ ਤੁਸੀਂ ਕ੍ਰਿਕਟ ਲਈ ਹੁਣ ਤੱਕ ਕਿੰਨੇ ਕੁ ਮੈਚ ਖੇਡ ਲਏ? ਬਾਹਰ ਦਾ ਜੀ ਮੌਕਾ ਨਹੀਂ ਮਿਲਦਾ। ਜ਼ਿੰਦਗੀ 'ਚ ਮੌਕਾ ਕਿਸੇ ਨੂੰ ਨਹੀਂ ਮਿਲਦਾ, ਮੌਕਾ ਬਣਾਉਣਾ ਪੈਂਦਾ। ਜ਼ਿੰਦਗੀ ਆਪਣੀ ਇੱਕ ਰੋਟੀ ਦੇ ਡੱਬੇ ਥੋੜੀ ਪਰੋਸ ਕੇ ਜਾਣੀ ਹੈ। ਲੈ ਬੇਟਾ ਬੈਟ ਫੜ ਤੇ ਖੇਡ ਲੈ ਇੰਡੀਆ ਟੀਮ। ਉਹ ਖੋਣਾ ਪੈਂਦਾ। ਇਹ ਬਾਈ ਕ੍ਰਿਕਟ ਦਾ ਵਿੱਚ ਹੈਗਾ ਕੁਝ ਕਿ ਨਹੀਂ? ਕਿਆ ਬਾਤ ਹੈ। ਕ੍ਰਿਕਟ ਟੀਮ ਦਾ ਕੋਚ ਹੈ ਤੁਹਾਡੀ। ਟੀਮ ਕਿੱਥੇ ਤੁਹਾਡੀ ਫਿਰ? ਅੱਛਾ, ਨਾਲ ਹੀ ਪੜਾਈ ਹੋਈ ਟੀਮ। ਕਿਆ ਬਾਤ ਹੈ। ਉਹ 'ਚ ਖਾਸ ਗੱਲ ਸਭ ਤੋਂ ਵਧੀਆ ਗੱਲ ਕੀ ਲੱਗਦੀ ਹੈ? ਪਹਿਰਾਵਾ ਛੱਡ ਕੇ ਬੈਟਿੰਗ। ਬਸ ਉਹਦੇ ਵਰਗਾ ਬਣਨਾ। ਕਿਆ ਬਾਤ। ਬਾਈ ਨੇ ਜ਼ਿੰਦਗੀ ਦਾ ਸਫ਼ਰ ਵੀ ਸ਼ੁਰੂ ਕਰ ਦਿੱਤਾ ਹੋਇਆ। ਕੋਈ ਸਿਰਫ ਇਹ ਨਹੀਂ ਕਿ ਹੁਣ ਤੱਕ ਬੈਠਾ ਸੋਚੀ ਜਾਂਦਾ ਮੈਂ ਤਾਂ ਉਹ ਬਣੂਗਾ, ਮੈਂ ਤਾਂ ਉਹ ਬਣੂਗਾ। ਉਹਦੇ ਵਰਗਾ ਬਣਨ ਦੀ ਸ਼ੁਰੂਆਤ ਵੀ ਕਰਤੀ ਹੋਈ ਹੈ। ਗੁੱਡ ਲੱਕ। ਬੈਠੋ। ਅੱਛਾ, ਜਿਹੜੇ ਮੁੰਡੇ ਕੁੜੀਆਂ ਸ਼ਕਲ ਦੇਖ ਕੇ ਬੰਦੇ ਨੂੰ ਗੈਸ ਕਰਦੇ ਆ ਕਿ ਇਹਦੀ ਸ਼ਕਲ ਸੋਹਣੀ ਹੈ, ਇਹ ਸੋਹਣਾ, ਅੰਦਰੋਂ ਵੀ ਸੋਹਣਾ, ਇਹਦੀ ਸ਼ਕਲ ਮਾੜੀ ਹੈ, ਅੰਦਰੋਂ ਵੀ ਮਾੜਾ,
ਜਦੋਂ ਬੰਦੇ ਤੇ ਬੁਢਾਪਾ ਆ ਜਾਂਦਾ, ਚੁਰਲੀਆਂ ਪੈਂਦੀਆਂ ਫੇਸ ਤੇ, ਉਦੋਂ ਇੱਕ ਹਸਬੈਂਡ ਵਾਈਫ ਨੇਚਰ ਦੇ ਨਾਲ ਰਹਿੰਦੇ ਕਿ ਸ਼ਕਲਾਂ ਤੇ ਤੁਰੇ ਹੋਏ ਆ? ਤਾਂ ਬੰਦੇ ਦਾ ਜੱਜ ਕੀ ਦੇਖ ਕੇ ਕਰਨਾ ਚਾਹੀਦਾ? ਪਰ ਜਿੱਦਾਂ ਹੁਣ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਸ਼ਕਲ ਦੇਖ ਕੇ ਜੱਜ ਕਰਦੇ ਆ, ਉਹਨਾਂ ਲਈ ਕੀ ਕਰੀਏ? ਅੱਛਾ ਭੈਣ, ਜਿੰਨਾ ਪਿਆਰ ਇੱਕ ਭਰਾ ਆਪਣੀ ਭੈਣ ਨੂੰ ਕਰਦਾ ਜਾਂ ਭੈਣ ਆਪਣੇ ਭਰਾ ਨੂੰ ਕਰਦੀ ਹੈ, ਫਰੈਂਡ ਕਰਦਾ? ਤੁਸੀਂ ਆਪਣੇ ਭਰਾ ਨੂੰ ਪਿਆਰ ਕਰਦੇ ਹੋ? ਤੇ ਕਹਿਣਾ ਮੰਨਿਆ ਕਰੂੰਗਾ, ਮੰਨਿਆ ਕਰੋ। ਚੱਲੀਏ ਆਪਣੇ ਮਾਂ ਬਾਪ ਨੂੰ ਝੂਠ ਨਹੀਂ ਬੋਲਣਾ, ਜੋ ਪਹਿਲਾਂ ਸੱਚ ਦੱਸ ਰਹੇ ਹੈ। ਔਰ ਆਉਣ ਵਾਲੇ 10-20 ਸਾਲਾਂ ਬਾਅਦ ਜਦੋਂ ਤੁਸੀਂ ਕੁਝ ਬਣ ਜਾਓਗੇ, ਤੁਹਾਡੀ ਡਿਗਰੀ ਆ ਜਾਊਗੀ, ਕਿਹੜੀ ਗੱਲਾਂ ਹੋਣਗੀਆਂ ਕਿ ਕੁੜੀ ਹੋਵੇ ਤਾਂ ਉੱਦਾਂ ਦੀ ਹੋਵੇ। ਉਸ ਤੋਂ ਬਾਅਦ ਕੁੜੀਆਂ ਨੂੰ ਕੁੱਕਰ ਮਾਰ ਪਾਉਂਦੇ ਦਿੱਤਾ ਜਾਊਗਾ, ਉਹ ਵੀ ਦੱਸ ਖਾ ਕੇ ਨਹੀਂ, ਦੱਸ ਨਹੀਂ ਖਾ ਜਾਊਗਾ। ਇੱਕ ਮੁੰਡੇ ਦੇ ਘਰ ਦੇ ਵਿੱਚ ਲਾਲਚ ਹੋ ਜਾਊਗਾ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੈ। ਪਤਾ ਹੈ ਇੱਕ ਸਰਪ੍ਰਾਈਜ਼ ਆ ਰਿਹਾ ਤੁਹਾਡੇ ਅੱਗੇ। ਮੈਂ ਬੈਠਾ